ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ GK ਅਕੈਡਮੀ ਪੰਜਾਬ 'ਤੇ। ਦੋਸਤੋ, ਅੱਜ ਦੀ ਆਪਣੀ ਜੋ ਵੀਡੀਓ ਹੋਏਗੀ ਉਹ ਹੋਏਗੀ ਜੀ ਆਪਣੀ ਜਿਹੜੇ ਕਿ PSSB ਕਲਰਕ 2021 ਦਾ ਐਗਜ਼ਾਮ ਹੋਇਆ ਸੀ, ਜਿਹਦੇ ਵਿੱਚ ਕਿ ਮੈਂ ਤੁਹਾਨੂੰ ਟੈਲੀਗ੍ਰਾਮ ਚੈਨਲ ਦੇ ਉੱਤੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਮੇਰਾ ਇਹ ਕਲਰਕ ਦਾ ਜੋ ਐਗਜ਼ਾਮ ਸੀਗਾ ਉਹ ਕਲੀਅਰ ਹੋ ਗਿਆ ਸੀ ਅਤੇ ਇਸ ਟਾਈਮ ਦੇ ਉੱਤੇ ਮੈਂ ਗੌਰਮੈਂਟ ਜੋਬ ਦੀ ਮੇਰੀ ਜੁਆਇਨਿੰਗ ਹੋ ਚੁੱਕੀ ਹੈ। ਸੋ ਇਸ ਵੀਡੀਓ ਦੇ ਵਿੱਚ ਆਪਾਂ ਇਹੀ ਜ਼ਿਕਰ ਕਰਾਂਗੇ ਕਿ ਇਸ ਦੌਰਾਨ ਮੈਂ ਆਪਣੀ ਤਿਆਰੀ ਦੌਰਾਨ ਕਿਹੜੀਆਂ ਬੁੱਕ ਲਿਸਟ ਫੋਲੋ ਕੀਤੀਆਂ ਸੀ, ਕਿਹੜੇ YouTube ਚੈਨਲਸ ਫੋਲੋ ਕੀਤੇ ਸੀ ਅਤੇ ਮੇਰਾ ਟਾਈਮ ਟੇਬਲ ਕੀ ਸੀ। ਸੋ ਇਹਦਾ ਫਾਇਦਾ ਤੁਹਾਨੂੰ ਜੋ ਵੀ ਕੈਂਡੀਡੇਟ PSSB ਕਲਰਕ ਦਾ, ਕਲਰਕ ਡਾਟਾ ਐਂਟਰੀ ਆਪਰੇਟਰ, ਵੀਡੀਓ ਦਾ ਜਾਂ ਐਗਜ਼ਾਈਜ਼ ਦਾ ਜਾਂ ਪੰਜਾਬ ਪੁਲਿਸ ਕਾਂਸਟੇਬਲ ਦਾ ਪੇਪਰ ਦੇਣ ਜਾ ਰਹੇ ਆ, ਉਹਨਾਂ ਨੂੰ ਇਸ ਵੀਡੀਓ ਦੇ ਨਾਲ ਕਾਫੀ ਫਾਇਦਾ ਮਿਲੇਗਾ। ਸੋ ਇਹਦੇ ਵਿੱਚ ਆਪਾਂ ਤੁਹਾਨੂੰ ਇਹੀ ਦੱਸਾਂਗੇ, ਮੇਰੀ ਸਿਰਫ ਕੋਸ਼ਿਸ਼ ਇਹੀ ਰਹੇਗੀ ਕਿ ਆਪਾਂ ਟੂ ਦੀ ਪੁਆਇੰਟ ਗੱਲ ਕਰੀਏ, ਕੋਈ ਐਕਸਟਰਾ ਗੱਲ ਨਾ ਕਰੀਏ। ਸੋ ਇਸ ਟਾਈਮ ਦੇ ਉੱਤੇ ਮੇਰਾ ਤੁਹਾਨੂੰ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਦੱਸਣਾ ਨਹੀਂ ਕਿ ਮੇਰਾ ਪੇਪਰ ਕਲੀਅਰ ਹੋ ਗਿਆ ਵਾ ਜਾਂ ਕੋਈ ਵੀ ਸ਼ੋਅ ਆਫ ਕਰਨਾ ਵਾ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਮਕਸਦ ਨਹੀਂ। ਸੋ ਤੁਹਾਡੇ ਹੀ ਬਾਰ-ਬਾਰ ਮੈਸੇਜ ਆ ਰਹੇ ਸੀ ਕਿ ਹਾਂਜੀ ਇੱਕ ਆਪਦੀ ਤੁਸੀਂ ਕਿਹੜੀਆਂ ਬੁੱਕ ਲਿਸਟ ਫੋਲੋ ਕੀਤੀਆਂ ਸੀ ਜਾਂ YouTube ਚੈਨਲ ਜਾਂ ਆਪਣੇ ਬਾਰੇ ਥੋੜ੍ਹਾ ਬਹੁਤ ਸਾਨੂੰ ਦੱਸੋ। ਸੋ ਮੇਰਾ ਪਹਿਲਾਂ ਵੀ ਦੱਸਣ ਦਾ ਇਹ ਮਕਸਦ ਨਹੀਂ ਸੀਗਾ ਕਿ ਹਾਂਜੀ ਮੇਰਾ ਪੇਪਰ ਕਲੀਅਰ ਹੋ ਗਿਆ ਵਾ, ਕਿਉਂਕਿ ਇਹਦੇ ਵਿੱਚ ਮੇਰੇ 2021 ਦੇ ਵਿੱਚ ਕੁੱਲ 3 ਐਗਜ਼ਾਮ ਕਲੀਅਰ ਹੋਏ ਸੀ, ਜਿਹਦੇ ਵਿੱਚ ਕਿ ਮੈਂ 2021 ਦੇ ਜਿਹੜੀ ਹੁਣੇ ਰੀਸੈਂਟਲੀ 1 ਮਹੀਨਾ ਪਹਿਲਾਂ ਮੇਰੀ ਜੁਆਇਨਿੰਗ ਹੋ ਗਈ ਹੋਈ ਆ। ਸੋ ਇਸ ਟਾਈਮ ਦੇ ਉੱਤੇ ਇਹਦਾ ਫਾਇਦਾ ਤੁਹਾਨੂੰ ਇਹੀ ਹੋਏਗਾ ਕਿ ਹਾਂਜੀ ਜਿਹੜੇ ਕੈਂਡੀਡੇਟ ਨੇ ਪੇਪਰ ਕਲੀਅਰ ਕੀਤਾ ਹੁੰਦਾ ਵਾ, ਜ਼ਰੂਰੀ ਨਹੀਂ ਕਿ ਤੁਸੀਂ ਮੇਰੇ ਤੋਂ ਉਹ ਚੀਜ਼ ਪੁੱਛਣੀ ਆ ਜਾਂ ਮੈਂ ਤੁਹਾਨੂੰ ਦੱਸਾਂਗਾ ਉਹੀ ਚੀਜ਼ ਪੂਰੀ ਤੁਹਾਡੇ ਲਈ ਪੂਰੀ ਕਾਰਗਰ ਸਿੱਧ ਹੋਊਗੀ। ਸੋ ਜੋ ਵੀ ਕੈਂਡੀਡੇਟ ਨੇ ਪਹਿਲਾਂ ਕਿਸੇ ਵੀ ਕੈਂਡੀਡੇਟ ਨੇ ਪੇਪਰ ਦਿੱਤਾ ਹੋਇਆ ਵਾ ਜਾਂ ਜਿਨ੍ਹਾਂ ਦੇ ਵਧੀਆ ਨੰਬਰ ਆਏ ਨੇ, ਕਿਉਂਕਿ ਆਪਣੇ ਹੀ ਚੈਨਲ ਦੇ ਉੱਤੇ ਕੁਝ ਇਹੋ ਜਿਹੇ ਕੈਂਡੀਡੇਟ ਹੋਣਗੇ ਜਿਨ੍ਹਾਂ ਦੇ ਮੇਰੇ ਤੋਂ ਵੀ ਵਧੀਆ ਰੈਂਕ ਹੋਏਗਾ, ਸੋ ਉਹ ਵੀ ਤੁਹਾਨੂੰ ਬਹੁਤ ਵਧੀਆ ਗਾਈਡ ਕਰ ਸਕਦੇ ਆ। ਇਹ ਹੁੰਦਾ ਵਾ ਕਿ ਹਾਂਜੀ ਤਿਆਰੀ ਤੁਸੀਂ ਜਿੱਥੋਂ ਮਰਜ਼ੀ ਕਰੋ, ਜ਼ਰੂਰੀ ਨਹੀਂ ਕਿ ਤੁਸੀਂ ਮੇਰੇ ਕੋਲੋਂ ਹੀ ਆਪਣੇ ਚੈਨਲ ਤੋਂ ਹੀ ਤਿਆਰੀ ਕਰਨੀ ਆ, ਕਿਉਂਕਿ ਪਿਛਲੇ 1 ਸਾਲ ਤੋਂ ਆਪਾਂ GK ਪੜ੍ਹਾ ਰਹੇ ਹਾਂ ਆਪਣੇ ਚੈਨਲ 'ਤੇ, ਫ੍ਰੀ ਆਫ ਕਾਸਟ ਕਰਵਾ ਰਹੇ ਹਾਂ। ਸੋ ਜਿਹਦਾ ਫਾਇਦਾ ਥੋੜ੍ਹਾ ਬਹੁਤ ਕੈਂਡੀਡੇਟਸ ਨੂੰ ਮਿਲ ਵੀ ਰਿਹਾ ਵਾ। ਸੋ ਤੁਸੀਂ ਜਿੱਥੋਂ ਮਰਜ਼ੀ ਕਰੋ, ਜ਼ਰੂਰੀ ਨਹੀਂ ਕਿ ਜਿਹਦੀ ਗੌਰਮੈਂਟ ਜੋਬ ਹੁੰਦੀ ਆ ਉਹੀ ਤੁਹਾਨੂੰ ਵਧੀਆ ਤਿਆਰੀ ਕਰਵਾ ਸਕਦਾ ਵਾ। ਆਮ ਤੌਰ ਦੇ ਉੱਤੇ ਤੁਸੀਂ ਦੇਖੋਗੇ ਕਿ ਜਿਹੜੇ ਵੱਡੇ ਟੀਚਰਸ ਨੇ ਜਾਂ ਚੈਨਲ ਨੇ ਆਪਣੇ YouTube ਦੇ ਉੱਤੇ, ਤੁਸੀਂ ਦੇਖ ਸਕਦੇ ਹੋ, ਚਾਹੇ ਸੈਂਟਰ ਦੇ ਐਗਜ਼ਾਮ ਵੀ ਤੁਸੀਂ ਦਿੱਤੇ ਹੋਣਗੇ ਜਾਂ ਕੋਈ ਵੱਡੇ ਚੈਨਲਸ ਵੀ ਹੈਗੇ ਨੇ, ਹੈ ਨਾ। ਸੋ ਜ਼ਰੂਰੀ ਨਹੀਂ ਕਿ ਉਹਨਾਂ ਦੀ ਗੌਰਮੈਂਟ ਜੋਬ ਹੈਗੀ ਆ ਤਾਂ ਹੀ ਤੁਹਾਨੂੰ ਪੜ੍ਹਾ ਸਕਦੇ ਨੇ। ਸੋ ਆਪਦੇ ਸਬਜੈਕਟ ਦੇ ਵਿੱਚ ਐਕਸਪਰਟ ਹੁੰਦੇ ਨੇ, ਕਿ ਹਰੇਕ ਦਾ ਆਪਣੇ ਵੇ ਆਫ ਟੀਚਿੰਗ ਹੁੰਦਾ ਵਾ। ਸੋ ਆਪਾਂ ਕੋਸ਼ਿਸ਼ ਇਹੀ ਕੀਤੀ ਆ ਕਿ ਆਪਾਂ ਟੂ ਦੀ ਪੁਆਇੰਟ ਪੜ੍ਹਾਇਆ ਵਾ ਹਮੇਸ਼ਾ, ਅਤੇ ਅੱਗੇ ਵੀ ਆਪਣੀ ਕੋਸ਼ਿਸ਼ ਇਹ ਹੋਏਗੀ ਕਿ ਅਗਲੇ ਆਉਣ ਵਾਲੇ ਪੇਪਰਾਂ ਦੇ ਦੌਰਾਨ ਤੁਹਾਨੂੰ ਟੂ ਦੀ ਪੁਆਇੰਟ ਪੜ੍ਹਾਇਆ ਜਾਵੇ। ਹੁਣ ਆਪਾਂ ਕਰਦੇ ਹਾਂ ਜੀ ਆਪਣੀ ਚੈਨਲ ਦੇ ਜੋ ਕਿ ਆਪਾਂ ਕੰਟੈਂਟ ਜਿਹੜਾ ਮੈਂ ਫੋਲੋ ਕੀਤਾ ਖੁਦ, ਠੀਕ ਆ। ਸੋ ਜਿਹੜਾ ਵੀ ਮੈਂ ਕੰਟੈਂਟ ਫੋਲੋ ਸੇਮ ਟੂ ਸੇਮ ਡਿਟੋ ਤੁਹਾਨੂੰ ਉਹੀ ਦੱਸਾਂਗਾ, ਅੱਗੇ ਤੁਹਾਡੀ ਮਰਜ਼ੀ ਆ, ਤੁਸੀਂ ਜਿਸ ਨੂੰ ਵੀ ਫੋਲੋ ਕਰ ਰਹੇ, ਜ਼ਰੂਰੀ ਨਹੀਂ ਕਿ ਉਹ ਛੱਡ ਕੇ ਤੁਸੀਂ ਹੁਣ ਇਹ ਫੋਲੋ ਕਰਨ ਲੱਗ ਜਾਣਾ। ਜੇ ਤੁਸੀਂ ਇੱਕਦਮ ਤਿਆਰੀ ਕੀਤੀ ਹੈ ਅਤੇ ਅਜੇ ਬੁੱਕਸ ਵਗੈਰਾ ਨਹੀਂ ਖਰੀਦੀਆਂ ਜਾਂ ਤੁਹਾਨੂੰ ਕਿਸੇ ਸਬਜੈਕਟ ਦੇ ਵਿੱਚ ਪ੍ਰੋਬਲਮ ਆ ਰਹੀ ਆ, ਤਾਂ ਤੁਸੀਂ ਉਹਨਾਂ ਦੀਆਂ ਡੈਮੋ ਵੀਡੀਓ ਦੇਖ ਕੇ ਜਾਂ ਉਹ ਬੁੱਕ ਦੀ PDF ਵਗੈਰਾ ਦੇਖ ਕੇ ਤੁਸੀਂ ਆਪਦੀ ਤਿਆਰੀ ਕਰ ਸਕਦੇ ਹੋ। ਹੁਣ ਦੇਖੋ ਜੀ, GK GS ਅਤੇ ਕਰੰਟ ਅਫੇਅਰ, ਠੀਕ ਆ, ਇਹਦਾ ਰੋਲ ਬਹੁਤ ਇੰਪੋਰਟੈਂਟ ਹੁੰਦਾ ਵਾ। ਮੇਰਾ ਸ਼ੁਰੂ ਤੋਂ ਹੀ ਇਹ ਸਬਜੈਕਟ ਕਹਿ ਸਕਦੇ ਹਾਂ ਕਿ ਹਾਂਜੀ ਥੋੜ੍ਹਾ ਬਹੁਤ ਵਧੀਆ ਸੀ, ਕਿਉਂਕਿ ਇੰਟਰਸਟ ਸੀ ਮੇਰਾ ਇਹ ਸਬਜੈਕਟ ਪੜ੍ਹਨ ਦੇ ਵਿੱਚ, ਕਿਉਂਕਿ ਇਹੀ ਇਕਲੌਤਾ ਇੱਕ ਇਹੋ ਜਿਹਾ ਸਬਜੈਕਟ ਸੀਗਾ ਜਿਹੜਾ ਵੈਸੇ ਬਹੁਤ ਵਾਸਟ ਹੁੰਦਾ ਵਾ, ਇਹਦਾ ਸਿਲੇਬਸ ਬਹੁਤ ਜ਼ਿਆਦਾ ਹੁੰਦਾ ਵਾ, ਪਰ ਇਹਨੂੰ ਜੇ ਇੱਕ ਤਰੀਕੇ ਨਾਲ ਪੜ੍ਹਿਆ ਜਾਵੇ ਤਾਂ ਤੁਸੀਂ ਇਹਦੇ ਵਿੱਚੋਂ ਬਹੁਤ ਵਧੀਆ ਸਕੋਰ ਕਰ ਸਕਦੇ ਹੋ। ਬਹੁਤ ਵਧੀਆ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਇਹ 'ਚੋਂ 100 ਸਕੋਰ ਕਰ ਲਓਗੇ, ਠੀਕ ਆ। ਮੈਂ 100% ਦੀ ਗੱਲ ਕਰ ਰਿਹਾ, ਠੀਕ ਆ। 100 ਨੰਬਰ ਦੀ ਤਾਂ ਵੈਸੇ ਆਉਂਦੀ ਵੀ ਨਹੀਂ ਗੀ GK। ਸੋ ਜਿੰਨੀ ਵੀ ਆਉਂਦੀ ਆ, ਮੈਂ ਤੁਹਾਨੂੰ ਹਮੇਸ਼ਾ ਕਹਿੰਦਾ ਕਿ ਜੇਕਰ ਇਹਦੇ ਵਿੱਚੋਂ GK ਦੇ ਵਿੱਚੋਂ ਤੁਸੀਂ 70% ਸਕੋਰ ਕਰਦੇ ਹੋ, ਠੀਕ ਆ, 70% ਸਕੋਰ ਕਰਦੇ ਹੋ ਤਾਂ ਤੁਹਾਡਾ ਬਹੁਤ ਵਧੀਆ ਸਕੋਰ ਹੁੰਦਾ ਵਾ, ਠੀਕ ਆ। ਸੋ ਇਹ ਕਰ ਸਕਦੇ ਹੋ ਜੇਕਰ ਤੁਸੀਂ ਟੂ ਦੀ ਪੁਆਇੰਟ ਪੜ੍ਹੋ, ਕਿਉਂਕਿ 30% ਇਹਦੇ ਵਿੱਚ ਸਬਜੈਕਟ ਕੁਐਸਚਨ ਇਹੋ ਜਿਹੇ ਹੁੰਦੇ ਨੇ ਜਿਹੜੇ ਤੁਸੀਂ ਕਦੇ ਦੇਖੇ ਵੀ ਨਹੀਂ ਹੋਣਗੇ, ਠੀਕ ਆ। ਕਈਆਂ ਦੇ ਵਿੱਚ ਜ਼ਿਆਦਾ ਉਹ ਪੇਪਰ ਦੇ ਲੈਵਲ 'ਤੇ ਡਿਪੈਂਡ ਕਰਦਾ ਹੁੰਦਾ ਵਾ ਕਿ ਹਾਂਜੀ ਪੇਪਰ ਦਾ ਲੈਵਲ ਕਿਹੋ ਜਿਹਾ ਰਿਹਾ ਵਾ। ਹੁਣ ਦੇਖੋ ਜੀ, ਥਿਊਰੀ ਲਈ ਮੈਂ ਲੂਸੈਂਟ ਦੀ ਥਿਊਰੀ ਬੁੱਕ ਆਪਣੀ ਪਰਚੇਜ਼ ਕੀਤੀ ਸੀ, ਜਿਹਦੇ ਵਿੱਚ ਕਿ 180 ਤੋਂ 200 ਰੁਪਏ ਦੀ ਬੁੱਕ ਹੁੰਦੀ ਆ, ਠੀਕ ਹੈ। ਇੱਕ ਅਰੀਹੰਟ ਦੀ ਬੁੱਕ ਆਉਂਦੀ ਆ, ਤੁਸੀਂ ਚਾਹੋ ਉਹ ਵੀ ਲੈ ਸਕਦੇ ਹੋ, ਪਰ ਮੈਂ ਲੂਸੈਂਟ ਦੀ ਮੈਂ ਇਸ ਟਾਈਮ ਉਹੀ ਦੱਸਾਂਗਾ ਕਿ ਜਿਹੜੇ ਚੈਨਲ ਜਾਂ ਜਿਹੜੀ ਬੁੱਕਸ ਮੈਂ ਫੋਲੋ ਕੀਤੀਆਂ ਸੀ, ਠੀਕ ਆ। ਲੂਸੈਂਟ ਦੀ ਥਿਊਰੀ ਬੁੱਕ ਫੋਲੋ ਕੀਤੀ ਸੀ ਮੈਂ 180-200 ਯੈਲੋ ਕਵਰ ਵਾਲੀ, ਠੀਕ ਆ। ਹੁਣ MCQ ਮੈਂ ਕਿਹਦੇ ਲਾਏ ਸੀ ਜੀ? MCQ ਦੇ ਜਿਹੜੇ ਮੈਂ ਪੰਜਾਬ ਦੇ ਪ੍ਰੀਵੀਅਸ ਈਅਰ ਕੁਐਸਚਨ ਸੀ ਜਾਂ PSSB ਜਾਂ PPSC ਦੇ ਪ੍ਰੀਵੀਅਸ ਈਅਰ ਕੁਐਸਚਨ ਸੀ, ਇਹ ਵੀ ਮੈਂ ਜ਼ਰੂਰ ਲਗਾਏ ਸੀ, ਠੀਕ ਆ। ਪਹਿਲਾਂ ਥਿਊਰੀ ਕੀਤੀ, ਉਸ ਤੋਂ ਬਾਅਦ ਮੈਂ ਇਹ ਕੀਤਾ। ਹੁਣ ਦੇਖੋ ਜੀ, ਇਹਦੇ ਵਿੱਚ ਵੀ ਥਿਊਰੀ ਕਰਨ ਦਾ ਵੀ ਬਹੁਤ ਤਰੀਕਾ ਹੁੰਦਾ ਵਾ
ਕਿ ਜਿਹੜੀਆਂ ਚੀਜ਼ਾਂ ਦੇ ਵਿੱਚੋਂ ਕੁਐਸਚਨ ਪੁੱਛੇ ਜਾਂਦੇ, ਜਿੱਦਾਂ ਕਿ ਮਾਡਰਨ ਹਿਸਟਰੀ ਹੋ ਗਿਆ, ਪੋਲਿਟੀ ਹੋ ਗਿਆ, ਹੈ ਨਾ, ਜਾਂ ਸਟੈਟਿਕ ਜੀਕੇ, ਜ਼ਿਆਦਾ ਫੋਕਸ ਤੁਸੀਂ ਦੇਖੋਗੇ ਕਿ PSSB ਦਾ ਇਹਨਾਂ ਦੇ ਉੱਤੇ ਹੀ ਸੀਗਾ। ਸੋ ਮੈਂ ਇਹੀ ਕੋਸ਼ਿਸ਼ ਕੀਤੀ ਕਿ ਇਹ ਵਾਲੇ ਬੁੱਕਸ ਦੇ ਵਿੱਚੋਂ ਇਹੀ ਚੈਪਟਰ ਕੀਤੇ ਨੇ, ਜ਼ਿਆਦਾ ਮੈਂ ਕੋਈ ਪੂਰੀ ਡਿਟੇਲ ਦੇ ਵਿੱਚ ਨਹੀਂ ਗਿਆ ਗਾ। ਹੁਣ ਰਹਿ ਗਿਆ ਜੀ MCQ ਦੀ ਗੱਲ। MCQ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਮੇਰੇ ਪਹਿਲਾਂ ਕਾਫੀ ਐਗਜ਼ਾਮ ਮੈਂ ਦਿੱਤੇ ਵੀ ਸੀ, ਉਹ ਮੇਰੇ ਕਲੀਅਰ ਨਹੀਂ ਸੀ ਹੋਏ, ਠੀਕ ਆ। ਸੋ ਉਸ ਤੋਂ ਬਾਅਦ ਮੈਂ ਕੋਸ਼ਿਸ਼ ਕੀਤੀ ਕਿ ਉਹ ਵਾਲੇ ਐਗਜ਼ਾਮ ਦੇ ਨਾਲ ਰਿਲੇਟਡ ਮੈਂ ਕੁਐਸਚਨ ਕਰਨੇ ਆ, ਠੀਕ ਆ। ਜਿਵੇਂ ਮੰਨ ਲਓ ਮੈਨੂੰ ਪਤਾ ਲੱਗ ਗਿਆ ਕਿ ਸਟੈਟਿਕ ਜੀਕੇ ਦੇ ਇਹ ਵਾਲੇ ਟੌਪਿਕ 'ਚੋਂ ਕੁਐਸਚਨ ਪੁੱਛ ਰਹੇ ਆ, PSSB ਦੇ ਪਿੱਛੇ ਜੇ ਪੇਪਰ ਹੋਏ, ਮਤਲਬ ਹੈ ਨਾ 5-6 ਪੇਪਰ ਹੋ ਚੁੱਕੇ ਸੀਗੇ, ਤਾਂ ਮੈਨੂੰ ਪਤਾ ਲੱਗਣ ਲੱਗ ਗਿਆ ਸੀਗਾ ਕਿ ਹਾਂਜੀ ਇਹੋ ਜਿਹੇ ਕੁਐਸਚਨ PSSB ਜ਼ਿਆਦਾ ਪੁੱਛਦਾ, ਸਿਨੇਮਾ 'ਚ ਪੁੱਛਦਾ, ਲਿਟਰੇਚਰ ਤੋਂ ਪੁੱਛਦਾ ਵਾ। ਸੋ ਮੈਂ ਕੋਸ਼ਿਸ਼ ਕੀਤੀ ਕਿ ਉਹਨਾਂ ਦੇ MCQ ਚੰਗੀ ਤਰ੍ਹਾਂ ਉਸ ਟੌਪਿਕ ਦੇ ਕਰ ਲਏ ਜਾਣ। ਤੇ ਰਹੀ ਗੱਲ PPSC ਦੇ ਕੁਐਸਚਨ ਇਹ ਹੁੰਦੇ ਆ ਕਿ ਜਿਹੜੇ ਹੁਣ ਤਾਂ PPSC ਨੇ ਲੈਵਲ ਚੱਕਤਾ ਹੋਇਆ ਵਾ, ਬਟ 2019 ਤੋਂ ਪਹਿਲਾਂ ਜਿਹੜੇ ਪੇਪਰ ਹੋਏ ਸੀਗੇ PPSC ਦੇ, ਉਹ ਜ਼ਰੂਰ ਮੈਂ ਲਗਾਏ ਸੀ, ਕਿਉਂਕਿ ਉਹਦੇ ਵਿੱਚ ਜਿਹੜੇ ਕੁਐਸਚਨ ਸੀਗੇ ਉਹ ਵਾਲੇ ਕੁਐਸਚਨ ਤੁਹਾਨੂੰ ਜੀਕੇ ਦੇ ਵਿੱਚ ਹੈਲਪਫੁਲ ਰਹਿਣਗੇ। ਹੁਣ ਜੀ ਆ ਗਈ ਗੱਲ YouTube ਦੀ। ਤੁਹਾਡੇ ਕੋਲ ਤਾਂ ਇਸ ਟਾਈਮ 2021 ਦੇ ਬਹੁਤ ਪੇਪਰ ਹੋ ਗਏ ਹੋਣਗੇ। ਮੈਂ ਤੁਹਾਨੂੰ ਹਮੇਸ਼ਾ ਕਹਿੰਦਾ ਕਿ 2021 ਦੇ ਪੇਪਰ ਜ਼ਰੂਰ ਅਟੈਂਪਟ ਕਰੋ, ਕਿਉਂਕਿ ਨੀਲਟ ਤੇ ਨੀਟਰ ਨੇ ਹੀ ਪੇਪਰ ਕੰਡਕਟ ਕੀਤੇ ਸੀ 2021 'ਚ। ਸੋ ਜ਼ਿਆਦਾਤਰ ਇਹੀ ਏਜੰਸੀ ਆ ਜਿਹੜੀ ਪੇਪਰ ਕੰਡਕਟ ਕਰਦੀ ਆ, ਸੋ ਇਹਨੂੰ ਤੁਸੀਂ ਚੰਗੀ ਤਰ੍ਹਾਂ ਕਰ ਸਕਦੇ ਹੋ। ਸੋ ਜੀ YouTube ਦੇ ਉੱਤੇ ਮੈਂ ਇੱਕ ਐਗਜ਼ਾਮ ਇੰਜਨ ਨਾਮ ਦਾ ਚੈਨਲ ਤੁਸੀਂ ਸਰਚ ਕਰੋਗੇ, ਇਹ ਤੁਸੀਂ ਕਰ ਸਕਦੇ ਹੋ ਜੇਕਰ ਤੁਸੀਂ SSC ਦੇ ਪ੍ਰੀਵੀਅਸ ਈਅਰ ਕੁਐਸਚਨ YouTube ਚੈਨਲ ਤੋਂ ਕਰ ਸਕਦੇ ਹੋ, ਠੀਕ ਆ। ਸੋ YouTube ਚੈਨਲ ਤੋਂ ਅਗਰ ਤੁਸੀਂ ਮਤਲਬ ਫੋਲੋ ਕਰਨਾ ਤਾਂ ਇਹ ਵਾਲਾ ਚੈਨਲ ਫੋਲੋ ਕਰ ਸਕਦੇ ਹੋ। ਮੈਂ ਇਸ ਚੈਨਲ ਤੋਂ ਥੋੜ੍ਹਾ ਬਹੁਤ ਸਟੱਡੀ ਕੀਤੀ ਵੀ ਸੀ, ਸੋ ਤੁਹਾਨੂੰ ਇਹਦਾ ਫਾਇਦਾ ਜ਼ਰੂਰ ਮਿਲੇਗਾ, ਉਹ ਵੀ ਜਿਹੜੇ ਟੌਪਿਕ ਦੇ ਵਿੱਚ ਤੁਹਾਨੂੰ ਦਿੱਕਤ ਹੁੰਦੀ ਆ। ਹੁਣ ਕਰੰਟ ਅਫੇਅਰਸ ਲਈ ਜੀ ਸਟੱਡੀ IQ ਗੌਰਵ ਗਰਗ ਨੂੰ ਮੈਂ ਫੋਲੋ ਕੀਤਾ ਸੀ, ਇਹਨਾਂ ਦੀ PDF ਵਗੈਰਾ ਮਿਲਦੀ ਸੀ ਤੇ ਉਹਦੇ ਵਿੱਚੋਂ ਮੈਂ ਕਰ ਲੈਂਦਾ, ਬਟ ਉਸ ਟਾਈਮ ਦੇ ਉੱਤੇ 2021 'ਚ ਕਰੰਟ ਅਫੇਅਰ ਜ਼ਿਆਦਾ ਨਹੀਂ ਪੁੱਛੇ ਜਾਂਦੇ ਸੀ। ਸੋ ਮੈਂ ਸਿਰਫ ਮੰਥਲੀ ਕੁਛ ਬਹੁਤ ਜ਼ਿਆਦਾ ਇੰਪੋਰਟੈਂਟ ਜਿਹੜੀ ਰੀਸੈਂਟ ਅਪਾਇੰਟਮੈਂਟ ਹੋ ਗਈ ਜਾਂ ਬਾਕੀ ਦੇ ਜਿਹੜੇ ਕੁਐਸਚਨ ਸੀ, ਬਹੁਤ ਘੱਟ ਕੁਐਸਚਨ ਦੇ ਆਪਦੇ ਮਤਲਬ ਕਿ ਉਹੀ ਕੁਐਸਚਨ ਕਰਦਾ ਹੁੰਦਾ ਸੀ ਜਿਹੜੇ ਕਿ ਖਾਸ ਇੰਪੋਰਟੈਂਟ ਬਣਦੇ ਹੁੰਦੇ ਸੀ, ਜਾਂ ਸਪੋਰਟਸ ਦੇ ਹੋ ਗਏ, ਜਾਂ ਲਿਟਰੇਚਰ, ਜਾਂ ਸਿਨੇਮਾ ਦੇ ਕੋਈ ਵੀ ਕਰੰਟ ਅਫੇਅਰ ਹੁੰਦੇ ਸੀ, ਉਹੀ ਜ਼ਿਆਦਾਤਰ ਫੋਲੋ ਕਰਦਾ। ਮੈਂ ਜ਼ਿਆਦਾ ਕਰੰਟ ਅਫੇਅਰ ਫੋਲੋ ਨਹੀਂ ਕਰਦਾ ਸੀ। ਪਰ ਹੁਣ ਤੁਸੀਂ 2022 'ਚ ਦੇਖ ਲਓ ਕਿ PSSB ਆਪਣਾ ਕਿੰਨਾ ਜ਼ਿਆਦਾ ਕਰੰਟ ਅਫੇਅਰ 'ਤੇ ਫੋਕਸ ਕਰ ਰਿਹਾ। ਸੋ ਇਸ ਵਾਰ ਤੁਹਾਨੂੰ ਕਰਨੇ ਪੈਣੇ ਨੇ। ਇਸ ਵਾਰ ਅਗਰ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਸੋਰਸ ਦੱਸਿਆ ਕਿ ਸਟੱਡੀ IQ ਗੌਰਵ ਗਰਗ ਦੀ PDF ਤੁਸੀਂ ਫੋਲੋ ਕਰ ਸਕਦੇ ਹੋ, ਜਾਂ ਤੁਸੀਂ ਆਪਣੇ GK ਅਕੈਡਮੀ ਪੰਜਾਬ ਚੈਨਲ ਦੇ ਮੈਂ ਤੁਹਾਨੂੰ 1150 MCQ ਕਰਵਾਇਆ ਵਾ 2022 'ਚ। 2022 ਜਨਵਰੀ 2022 ਤੋਂ ਦਸੰਬਰ 2022 ਤੱਕ 1150 MCQ ਤੁਸੀਂ ਇਹ ਕਰ ਲਓ। 2022 'ਚ ਜਿੰਨੇ ਵੀ ਪੇਪਰ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿ ਉਹਦੇ ਵਿੱਚੋਂ ਡਾਇਰੈਕਟ ਕੁਐਸਚਨ ਪੁੱਛੇ ਜਾ ਰਹੇ ਨੇ, ਕਿਉਂਕਿ ਮੋਸਟ ਇੰਪੋਰਟੈਂਟ ਮੈਂ ਤੁਹਾਨੂੰ ਮੰਥਲੀ ਕਰੰਟ ਅਫੇਅਰ ਹੀ ਕਰਵਾ ਰਿਹਾ ਤੇ ਫ੍ਰੀ ਆਫ ਕਾਸਟ PDF ਤੁਹਾਨੂੰ ਟੈਲੀਗ੍ਰਾਮ ਦੇ ਉੱਤੇ ਅਵੇਲੇਬਲ ਆਪਾਂ ਕਰਵਾਈ ਹੋਈ ਆ, ਪੂਰੀ ਕੰਬਾਈਨ ਵੀ ਕਰਵਾਈ ਹੋਈ ਆ ਤੇ ਮੰਥਲੀ ਵੀ ਕਰਵਾਈ ਹੋਈ ਆ, ਠੀਕ ਹੈ ਜੀ। ਸੋ ਇੱਥੋਂ ਕਰ ਸਕਦਾ, ਮਰਜ਼ੀ ਤੁਹਾਡੀ ਹੈ ਕਿ ਤੁਸੀਂ ਕਿਹਨੂੰ ਫੋਲੋ ਕਰਨਾ ਵਾ, ਠੀਕ ਆ। ਸੋ ਜ਼ਰੂਰੀ ਨਹੀਂ ਮੈਂ ਕਹਿੰਦਾ ਕਿ ਹਾਂਜੀ ਤੁਸੀਂ ਆਪਣੇ ਚੈਨਲ ਨੂੰ ਹੀ ਫੋਲੋ ਕਰੋ। ਤੇ ਨੈਕਸਟ ਆ ਗਿਆ ਜੀ, ਹੁਣ ਇਹ ਸੀਗਾ ਜੀ GK ਪੋਰਸ਼ਨ ਦਾ। ਮੈਂ ਤੁਹਾਨੂੰ ਦੱਸਦਾ ਕੋਈ PSSB ਦੇ ਪੇਪਰਾਂ ਲਈ ਜਾਂ ਪੰਜਾਬ ਪੁਲਿਸ ਦੇ ਕਾਂਸਟੇਬਲ ਦੇ ਪੇਪਰ ਲਈ ਤੁਹਾਨੂੰ ਜ਼ਿਆਦਾ ਡਿਟੇਲ ਦੇ ਵਿੱਚ ਮਤਲਬ ਲਕਸ਼ਮੀਕਾਂਤ ਹੋ ਗਈ, ਮਾਡਰਨ ਹਿਸਟਰੀ ਦੀ ਬਿਪਨ ਚੰਦਰਾ ਹੋ ਗਈ, ਇਕਨੋਮਿਕਸ ਲਈ ਹੋ ਗਈ, ਕੋਈ ਜ਼ਿਆਦਾ ਡਿਟੇਲ ਦੇ ਵਿੱਚ, ਸਾਇੰਸ ਹੋ ਗਿਆ, ਐਨਵਾਇਰਨਮੈਂਟ ਇਸ਼ੂ ਹੋ ਗਿਆ, ਇਹਦੇ ਲਈ ਜ਼ਿਆਦਾ ਡਿਟੇਲ 'ਚ ਕਰਨ ਦੀ ਜ਼ਰੂਰਤ ਨਹੀਂ। ਇਹ ਨਹੀਂ ਮੈਂ ਕਹਿੰਦਾ ਕਿ ਨਹੀਂ ਕਰਨੀ, ਪਰ ਬਹੁਤ ਬੇਸਿਕ ਕਰੋ, ਜਿਹੜੇ ਕਿ ਜ਼ਿਆਦਾਤਰ ਖਾਸ ਕਰ ਪ੍ਰੀਵੀਅਸ ਈਅਰ ਕੁਐਸਚਨ ਪੁੱਛੇ ਜਾਂਦੇ। ਜਿਵੇਂ ਇਕਨੋਮਿਕਸ 'ਚ ਤੁਹਾਨੂੰ ਪਤਾ ਕਿ 5 ਈਅਰ ਪਲਾਨ ਦੇ ਵਿੱਚੋਂ ਕੁਐਸਚਨ ਪੁੱਛਿਆ ਜਾਂਦਾ, ਤੁਸੀਂ ਉਹ ਕਰ ਸਕਦੇ ਹੋ, ਠੀਕ ਆ। ਸੋ ਇਹੋ ਜਿਹੇ ਕੁਐਸਚਨ ਜੋ ਕਿ ਮੈਂ ਤੁਹਾਨੂੰ ਪੂਰੀ ਟੂ ਦੀ ਪੁਆਇੰਟ ਜਿਹੜੇ ਕੁਐਸਚਨ ਟੈਲੀਗ੍ਰਾਮ ਦੇ ਉੱਤੇ 1600 ਕੁਐਸਚਨ 1700 ਕੁਐਸਚਨ ਆਪਾਂ ਕਰਵਾਏ ਹੋਏ ਨੇ, ਉਹ 'ਚੋਂ ਰੈਗੂਲਰ ਕੁਐਸਚਨ ਪੁੱਛੇ ਜਾ ਰਹੇ ਨੇ ਪੇਪਰਾਂ ਦੇ ਵਿੱਚੋਂ, ਤੁਸੀਂ ਉਹ ਵੀ ਲਗਾ ਲਓਗੇ ਤਾਂ ਉਹ ਵੀ ਤੁਹਾਡੇ ਲਈ ਬਹੁਤ ਵਧੀਆ ਟੈਸਟ ਸੀਰੀਜ਼ ਹੋਊਗੀ। ਨਾਲ ਤੁਸੀਂ ਆਪਦਾ PSSB ਦੇ ਜਿਹੜੇ ਚਾਹੇ PPSC ਦੇ ਪੁਰਾਣੇ ਪੇਪਰਾਂ ਦੇ ਜਿਹੜੇ ਕੁਐਸਚਨ ਲਗਾ ਸਕਦੇ ਹੋ, ਠੀਕ ਹੈ ਜੀ। ਸੋ ਇਹ GK ਦੇ ਹੋ ਗਿਆ। ਹੁਣ ਆ ਗਏ ਜੀ ਪੰਜਾਬ GK ਲਈ ਜੀ ਮੈਂ ਥਿਊਰੀ ਲਈ ਸਾਡਾ ਪੰਜਾਬ ਬੁੱਕ ਫੋਲੋ ਕੀਤੀ ਸੀ। ਇਹਦੀ ਤੁਹਾਨੂੰ PDF ਵੀ ਮਿਲ ਜਾਏਗੀ, ਠੀਕ ਆ। PDF ਟੈਲੀਗ੍ਰਾਮ ਚੈਨਲਾਂ ਦੇ ਉੱਤੇ ਘੁੰਮਦੀ ਫਿਰਦੀ ਆ। ਵੈਸੇ ਤੁਹਾਨੂੰ ਇਹ 450-500 ਦੀ ਬੁੱਕ ਮਿਲੇਗੀ, ਉਹ ਤੁਸੀਂ ਕਰ ਸਕਦੇ ਹੋ। ਇਹਦਾ ਆਲਟਰਨੇਟ ਜੇ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਪੰਜਾਬ GK ਦੀ ਪੂਰੀ ਮਤਲਬ ਕਿ ਜਿਹੜੇ ਖਾਸ ਕਰ, ਕਿਉਂਕਿ ਸਾਡਾ ਪੰਜਾਬ ਬੁੱਕ ਵੀ ਬਹੁਤ ਵੱਡੀ ਆ, ਉਹਦੇ 'ਚੋਂ ਕੁਛ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਤੁਹਾਨੂੰ ਛੱਡਣੀਆਂ ਚਾਹੀਦੀਆਂ, ਮਤਲਬ ਪੇਪਰ 'ਚ ਨਹੀਂ ਆਉਂਦੀਆਂ। ਮੈਂ ਇਹਦੇ ਵਿੱਚ ਪੰਜਾਬ GK ਦੀਆਂ ਤੁਹਾਨੂੰ 20 ਕਲਾਸਾਂ YouTube 'ਤੇ ਕਰਵਾਈਆਂ ਨੇ, ਲਿੰਕ ਆਪਾਂ ਤੁਹਾਨੂੰ ਦੇ ਦਾਂਗੇ, ਠੀਕ ਹੈ। ਕਮੈਂਟ ਬਾਕਸ ਦੇ ਵਿੱਚ ਤੁਸੀਂ ਕਰ ਸਕਦੇ ਹੋ। ਤੇ ਇਹਦੀ ਜੇ ਤੁਸੀਂ PDF ਚਾਹੀਦਾ, PDF ਤੁਹਾਨੂੰ ਟੈਲੀਗ੍ਰਾਮ ਦੇ ਚੈਨਲ ਤੋਂ ਡਾਊਨਲੋਡ ਮਿਲ ਜਾਏਗੀ। ਸੋ 20 ਦੀਆਂ 20 ਕਲਾਸਾਂ ਦੀ PDF, ਇਹ ਵਾਲਾ ਜਿਹੜਾ ਕੰਟੈਂਟ ਆ, ਇਹ ਵੀ ਜ਼ਿਆਦਾਤਰ ਕੰਟੈਂਟ ਮੈਂ ਸਾਡਾ ਪੰਜਾਬ ਬੁੱਕ ਦੇ ਵਿੱਚੋਂ ਹੀ ਪੂਰੀ ਪੰਜਾਬੀ ਭਾਸ਼ਾ ਦੇ ਵਿੱਚ, ਠੇਠ ਪੰਜਾਬੀ ਭਾਸ਼ਾ ਦੇ ਵਿੱਚ ਤਿਆਰ ਕੀਤਾ ਹੋਇਆ। ਤੁਸੀਂ ਆਰਾਮ ਨਾਲ ਇਹ ਕਰ ਸਕਦੇ। ਇਹ ਵਾਲਾ ਤੁਹਾਨੂੰ ਜਿਹੜਾ ਪੋਰਸ਼ਨ ਆ ਆਪਣੇ ਵਾਲੇ ਚੈਨਲ ਵਾਲਾ, ਤੇ ਇਹ ਤੁਹਾਨੂੰ ਜਿਹੜਾ ਪੰਜਾਬੀ ਦਾ ਕੁਆਲੀਫਾਈਂਗ ਪੇਪਰ ਆਉਣਾ ਵਾ 50 ਨੰਬਰ ਦਾ, ਉਹਦੇ ਵਿੱਚ ਵੀ ਤੁਹਾਨੂੰ 20-22 ਕੁਐਸਚਨ ਪੰਜਾਬ GK ਦੇ ਦੇਖਣ ਨੂੰ ਮਿਲ ਸਕਦੇ ਨੇ। ਸੋ ਉਹਦੇ ਵਿੱਚ ਤੁਹਾਡੇ ਕਵਰ ਹੋ ਜਾਣਗੇ। ਤੇ ਦੈਨ ਅਲੱਗ ਤੋਂ ਜਿਹੜਾ ਪਾਰਟ ਆਉਂਦਾ ਵਾ, ਜਾਂ 9 ਨੰਬਰ ਦਾ, ਜਾਂ 15-20 ਨੰਬਰ, ਜਾਂ 20 ਨੰਬਰ ਦਾ, ਜੋ GK ਪੰਜਾਬ GK ਦਾ ਪਾਰਟ ਅਲੱਗ ਤੋਂ ਆਉਣਾ,
क्योंकि ये एक ਇਹੋ ਜਿਹਾ ਸਬਜੈਕਟ ਆ ਜਿਹ 'ਚੋਂ ਤੁਸੀਂ ਸਕੋਰਿੰਗ ਸਬਜੈਕਟ ਕਹਿ ਸਕਦੇ ਹੋ। ਜੇਕਰ ਪੇਪਰ ਦੇ ਵਿੱਚ 20 ਨੰਬਰ ਦੀ ਪੰਜਾਬ ਜੀਕੇ ਆਉਂਦੀ ਆ ਤਾਂ ਇਹਦੇ ਵਿੱਚ ਤੁਸੀਂ ਆਰਾਮ ਨਾਲ 16 ਤੋਂ 17 ਸਕੋਰ ਕਰ ਸਕਦੇ ਹੋ, ਠੀਕ ਆ। ਸੋ ਓਵਰਆਲ ਜੀਕੇ ਤੋਂ ਜ਼ਿਆਦਾ ਸਕੋਰ ਨਹੀਂ ਕਰ ਸਕਦੇ, ਉਹਦੇ 'ਚੋਂ ਜ਼ਿਆਦਾ ਤੋਂ ਜ਼ਿਆਦਾ ਤੁਸੀਂ 70% ਦੇ ਆਸ-ਪਾਸ ਸਕੋਰ ਕਰ ਸਕਦੇ ਹੋ। ਸੋ ਇਹਦੇ ਵਿੱਚੋਂ ਤੁਸੀਂ ਕਰ ਸਕਦੇ ਹੋ। MCQ ਲਈ ਜੀ ਮੈਂ ਪੰਜਾਬ ਦੇ ਜਿਹੜੇ ਪ੍ਰੀਵੀਅਸ ਈਅਰ ਕੁਐਸਚਨ ਸੀਗੇ, ਪੰਜਾਬ ਦੇ ਜਿੰਨੇ ਵੀ ਕੁਐਸਚਨ ਹੋਏ ਸੀਗੇ ਹੈ ਨਾ ਪੁਰਾਣੇ ਪੇਪਰਾਂ ਦੇ, ਉਹ ਲਾਏ ਸੀਗੇ। ਸਾਡਾ ਪੰਜਾਬ ਬੁੱਕ 'ਚੋਂ ਮੈਂ ਮੇਨ ਟੌਪਿਕ ਕੀਤੇ ਸੀਗੇ ਅਤੇ ਆਪਦੇ ਨੋਟਸ ਬਣਾਏ ਸੀ ਮੇਨ, ਠੀਕ ਆ। ਉਸ ਟਾਈਮ ਦੇ ਉੱਤੇ ਮੈਂ ਮਤਲਬ ਇਹਦੇ ਜ਼ਿਆਦਾਤਰ ਨੋਟਸ ਬਣਾਏ ਸੀਗੇ ਖੁਦ। ਸੋ ਉਹ ਤੁਹਾਡੀ ਮਰਜ਼ੀ ਆ, ਤੁਹਾਨੂੰ ਤਾਂ ਮੈਂ ਬਿਲਕੁਲ ਨੋਟਸ ਵਾਂਗੂ ਹੀ PDF ਪ੍ਰੋਵਾਈਡ ਕਰਵਾਈ ਹੋਈ ਹੈ, ਜਿਹੇ ਜਿਹੇ ਨੋਟਸ ਮੈਂ ਖੁਦ ਬਣਾਏ ਸੀ ਹੈਂਡ ਰਿਟਨ, ਠੀਕ ਆ। ਸੋ MCQ ਲਈ ਤੁਸੀਂ ਚੜ੍ਹਦਾ ਪੰਜਾਬ ਜਿਹੜੀ ਆਪਣੀ ਹੈਗੀ ਆ ਬੁੱਕ, MCQ ਬੁੱਕ ਤੁਸੀਂ ਆਪਣਾ ਕਰ ਸਕਦੇ ਹੋ, ਠੀਕ ਆ ਜੀ। ਪਰਚੇਜ਼ 350-400 ਰੁਪਏ ਦੀ ਹੈਗੀ, ਤੁਸੀਂ ਇਹ ਕਰ ਸਕਦੇ ਹੋ, ਠੀਕ ਆ। ਸੋ ਇੱਕ ਨਾਲ ਦੀ ਨਾਲ ਹੀ ਇਹਦੀ ਮੈਂ ਇਹ ਵਾਲੀ ਬੁੱਕ ਤੋਂ ਵੀ ਕੀਤਾ ਸੀ। ਸੋ ਇਹ ਤੁਹਾਡੀ ਮਰਜ਼ੀ ਆ, ਤੁਸੀਂ ਕਿਹਨੂੰ ਫੋਲੋ ਕਰਨਾ ਵਾ, ਕਿੱਥੋਂ ਕਰਨਾ ਵਾ, ਸੋ ਇਹ ਤੁਸੀਂ ਕਰ ਸਕਦੇ ਹੋ, ਠੀਕ ਆ। ਸੋ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਕੁਐਸਚਨ ਹੈ, ਥੋੜ੍ਹੀਆਂ ਜਿਹੀਆਂ ਗਲਤੀਆਂ ਹੈਗੀਆਂ ਨੇ, ਬਟ ਤੁਸੀਂ ਕਰ ਸਕਦੇ ਹੋ। ਰੀਜ਼ਨਿੰਗ ਦਾ ਇੱਕ ਚੀਜ਼ ਹੋਰ ਜ਼ਰੂਰ ਯਾਦ ਰੱਖਣੀ ਆ, ਚਾਹੇ ਪੋਲਿਟੀ ਹੋ ਗਿਆ, ਚਾਹੇ ਮਾਡਰਨ ਹਿਸਟਰੀ ਹੋ ਗਿਆ, ਚਾਹੇ ਪੰਜਾਬ ਜੀਕੇ ਹੋ ਗਿਆ, ਇੱਕ ਵਾਰੀ ਨਾ ਥੋੜ੍ਹੀ ਬਹੁਤ ਥਿਊਰੀ ਦੇ ਉਹ ਗੋ ਥਰੂ ਜ਼ਰੂਰ ਹੋ ਜਾਓ, ਕਿਉਂਕਿ ਥੋੜ੍ਹੀ ਜੇਕਰ ਤੁਸੀਂ ਥਿਊਰੀ ਕੀਤੀ ਹੋਊਗੀ, ਖਾਸ ਕਰ ਪੋਲਿਟੀ ਦੀ ਗੱਲ ਕਰ ਰਹੇ ਹਾਂ, ਕਿਉਂਕਿ ਪੰਜਾਬ ਪੁਲਿਸ ਦੇ ਵਿੱਚ ਵੀ ਪੋਲਿਟੀ ਕਾਫੀ ਪੁੱਛੀ ਜਾ ਰਹੀ ਆ, ਅਤੇ ਕੁਛ ਕੁਐਸਚਨ ਇਹਦੇ ਵਿੱਚ ਵੀ ਪੁੱਛੇ ਜਾਂਦੇ ਨੇ SS ਬੋਰਡ ਦੇ ਪੇਪਰਾਂ 'ਚ ਵੀ। ਸੋ ਪੋਲਿਟੀ ਦੀ ਇੱਕ ਵਾਰ ਥਿਊਰੀ ਜ਼ਰੂਰ ਕਰ ਲਿਓ। 24-25 ਕਲਾਸਾਂ ਮੇਰੀਆਂ ਆਲਮੋਸਟ ਕਰਵਾਈਆਂ ਹੋਈਆਂ ਨੇ, ਉਹਦੇ ਵਿੱਚ ਤੁਸੀਂ ਕਰ ਸਕਦੇ ਹੋ। ਆਪਣੀ ਇਹਦੀ PDF ਵੀ ਪਈ ਆ, ਤੁਸੀਂ PDF ਵੀ ਕਰ ਸਕਦੇ ਹੋ, ਇਹ ਤੁਹਾਡੀ ਇੱਛਾ ਵਾ ਜੀ। ਹੁਣ ਆ ਗਏ ਜੀ ਆਪਾਂ ਰੀਜ਼ਨਿੰਗ 'ਤੇ। ਰੀਜ਼ਨਿੰਗ ਲਈ ਜੀ ਜ਼ਿਆਦਾਤਰ ਕੈਂਡੀਡੇਟ ਕੀ ਕਰਦੇ ਨੇ ਕਿ RS ਅਗਰਵਾਲ ਦੀ ਬੁੱਕ ਫੋਲੋ ਕਰਦੇ ਆ। ਬਹੁਤ ਵਧੀਆ ਬੁੱਕ ਆ ਜੀ, ਮਤਲਬ ਕੁਐਸਚਨਸ ਬਹੁਤ ਜ਼ਿਆਦਾ ਕੁਐਸਚਨ ਨੇ, ਬਟ ਮੈਂ ਤੁਹਾਨੂੰ ਆਪਦੀ ਪਲਾਨ ਦੱਸ ਰਿਹਾ ਕਿ ਮੇਰੀ ਸਟ੍ਰੈਟਜੀ ਦੇ ਵਿੱਚ ਮੈਂ ਕੀ ਫੋਲੋ ਕੀਤਾ ਸੀ। ਮੈਂ ਜੀ ਇੱਕ ਬੁੱਕ ਲਈ ਸੀ, ਅਰੀਹੰਟ ਦੀ 200 ਰੁਪਏ ਦੀ ਬੁੱਕ ਆਈ ਸੀ, ਹਾਊ ਟੂ ਕਰੈਕ ਟੈਸਟ ਆਫ ਰੀਜ਼ਨਿੰਗ। ਔਨਲਾਈਨ ਵੀ ਮਿਲ ਜਾਏਗੀ, ਬੁੱਕ ਸਟੋਰ ਤੋਂ ਵੀ ਮਿਲ ਗਿਆ। ਮੈਂ ਇਹੀ ਬੁੱਕ ਸਾਰੀ ਫੋਲੋ ਕਰਕੇ ਸਾਰੀ ਸੋਲਵ ਕੀਤੀ ਸੀ। ਦੈਨ ਇਸ ਤੋਂ ਬਾਅਦ ਮੈਂ ਕੀ ਕੀਤਾ ਸੀ ਜੀ, ਪੰਜਾਬ ਦੇ ਜਿਹੜੇ ਪ੍ਰੀਵੀਅਸ ਈਅਰ ਕੁਐਸਚਨ ਸੀਗੇ ਇਹ ਲਾਏ ਸੀਗੇ, ਠੀਕ ਹੈ। ਪੰਜਾਬ ਦੇ ਸਿਰਫ ਰੀਜ਼ਨਿੰਗ ਲਈ, ਤੁਸੀਂ SSC ਦੇ ਵੀ ਪ੍ਰੀਵੀਅਸ ਈਅਰ ਕੁਐਸਚਨ ਲਾ ਸਕਦੇ ਹੋ, ਠੀਕ ਆ। ਸੋ YouTube ਦੇ ਉੱਤੇ ਮੈਂ ਇੱਕ ਡੀਅਰ ਸਰ ਨਾਮ ਦਾ ਚੈਨਲ ਆ, ਉਹਦੀਆਂ ਟ੍ਰਿਕਸ ਤੋਂ ਕੁਝ ਕੁਐਸਚਨ ਮੈਂ ਕੀਤੇ ਸੀ, ਜਿੱਦਾਂ ਕਿ ਕਲੌਕ ਹੋ ਗਿਆ ਅਤੇ ਕੈਲੰਡਰ ਹੋ ਗਿਆ। ਇਹ ਜ਼ਿਆਦਾਤਰ ਕੈਂਡੀਡੇਟਸ ਨੂੰ ਪਰੇਸ਼ਾਨ ਕਰਦਾ ਵਾ ਜਿਨ੍ਹਾਂ ਨੇ ਪਹਿਲਾਂ ਨਹੀਂ ਕੀਤਾ ਹੋਇਆ। ਇਹ ਤੁਸੀਂ ਡੀਅਰ ਸਰ ਨਾਮ ਦਾ ਇੱਕ ਚੈਨਲ ਆ, ਉੱਥੋਂ ਤੁਸੀਂ ਇੱਕ ਵਾਰੀ ਕਰਕੇ ਆਪਦੇ ਨੋਟਸ ਬਣਾ ਲਓ, ਉਸ ਤੋਂ ਬਾਅਦ ਤੁਸੀਂ ਆਰਾਮ ਨਾਲ ਕਰ ਸਕਦੇ ਹੋ। ਅੱਗੇ ਆ ਗਏ ਜੀ ਦੀਪਕ ਸਰ ਦੇ ਵਾਈਫਾਈ ਸਟੱਡੀ ਤੋਂ ਸੀਗੇ, ਜਿਹੜੇ ਟੌਪਿਕ ਦੇ ਵਿੱਚ ਮੈਨੂੰ ਲੱਗਦਾ ਸੀ ਕਿ ਮੇਰੇ ਤੋਂ ਨਹੀਂ ਹੋ ਰਿਹਾ, ਉਹ ਮੈਂ ਦੀਪਕ ਸਰ ਵਾਈਫਾਈ ਸਟੱਡੀ ਜਾਂ ਡੀਅਰ ਸਰ ਦੀਆਂ ਟ੍ਰਿਕਸ ਤੁਸੀਂ ਓਪਨ ਕਰੋਗੇ, ਉਹਦੇ ਵਿੱਚ ਤੁਸੀਂ ਰੀਜ਼ਨਿੰਗ ਦੀਆਂ ਟ੍ਰਿਕਸ ਦੇ ਵਿੱਚੋਂ ਤੁਸੀਂ ਕਰ ਸਕਦੇ ਹੋ, ਠੀਕ ਆ। ਤਾਂ ਜੀ ਨੈਕਸਟ MCQ ਪੰਜਾਬ ਦੇ ਤੁਸੀਂ ਲਾ, ਤੁਹਾਡੇ ਕੋਲ ਤਾਂ ਬਹੁਤ ਕੁਐਸਚਨ ਪਏ ਨੇ ਇਸ ਟਾਈਮ ਦੇ ਉੱਤੇ, ਤੁਹਾਨੂੰ ਬੁੱਕ ਲੈਣ ਦੀ ਵੀ ਮੇਰੇ ਅਕੋਰਡਿੰਗ ਜ਼ਰੂਰਤ ਨਹੀਂ ਗੀ। ਤੁਸੀਂ MCQ ਪੰਜਾਬ ਦੇ ਵੀ ਸਾਰੇ ਪੇਪਰਾਂ ਦੇ ਲਗਾ ਲਓਗੇ, ਕੁਛ SSC ਦੇ ਲਗਾ ਲਓਗੇ, ਤਾਂ ਤੁਹਾਡਾ ਰੀਜ਼ਨਿੰਗ ਦੇ ਵਿੱਚੋਂ ਪੂਰਾ ਵਧੀਆ ਇੱਕ ਮਤਲਬ ਸਟਰੋਂਗ ਪਕੜ ਬਣ ਜਾਏ, ਕਿਉਂਕਿ ਇਹ ਇੱਕ ਇਹੋ ਜਿਹਾ ਸਬਜੈਕਟ ਆ ਜਿਹਦੇ 'ਚੋਂ ਤੁਸੀਂ ਬਹੁਤ ਵਧੀਆ ਸਕੋਰ ਕਰ ਸਕਦੇ ਹੋ, ਬਹੁਤ ਵਧੀਆ ਸਕੋਰ ਕਰ ਸਕਦੇ ਹੋ, ਠੀਕ ਆ। ਸੋ ਇਹ ਸਬਜੈਕਟ ਹੈਗਾ ਜਿਹੜਾ ਤੁਹਾਨੂੰ ਨੰਬਰ ਦੇ ਕੇ ਜਾ ਸਕਦਾ ਵਾ, ਲਗਭਗ 80% 90% ਨੰਬਰ ਤੁਸੀਂ ਇਹ ਸਬਜੈਕਟ 'ਚੋਂ ਕਰ ਸਕਦੇ ਹੋ। ਹੁਣ ਆ ਗਿਆ ਜੀ ਮੈਥ ਸਭ ਤੋਂ ਵੱਧ ਪ੍ਰੋਬਲਮ ਦੇਣ ਵਾਲਾ ਸਬਜੈਕਟ ਆ, ਸਾਰਿਆਂ ਨੂੰ ਹੀ ਪ੍ਰੋਬਲਮ ਦਿੰਦਾ। ਮੈਨੂੰ ਖੁਦ ਨੂੰ 3 ਤੋਂ 4 ਮਹੀਨੇ ਦੇ ਵਿੱਚ ਮੈਥ ਨੇ ਬਹੁਤ ਜ਼ਿਆਦਾ ਦਿੱਕਤ ਦਿੱਤੀ ਸੀ। ਸੋ ਤੁਸੀਂ ਕੀ ਕਰਨਾ ਵਾ ਜੀ, ਤੁਸੀਂ ਇਹਦੇ ਲਈ ਮੈਂ ਤੁਹਾਨੂੰ ਖੁਦ ਦਾ ਐਕਸਪੀਰੀਅੰਸ ਦੱਸਦਾ ਕਿ ਇੱਕ ਹੈਗੇ ਨੇ ਜੀ ਸਾਹਿਲ ਸਰ, ਠੀਕ ਆ ਜੀ। ਸਾਹਿਲ ਸਰ ਨੇ ਜੀ ਵਾਈਫਾਈ ਸਟੱਡੀ ਤੋਂ, ਮੈਂ ਉਹਨਾਂ ਨੂੰ ਵੀ ਫੋਲੋ ਕੀਤਾ ਸੀ, ਕੁਛ ਚੈਪਟਰ ਮੈਂ ਉਹਨਾਂ ਤੋਂ ਕੀਤੇ ਸੀਗੇ। ਦੈਨ ਜ਼ਿਆਦਾਤਰ ਚੈਪਟਰ ਮੈਂ ਕੀਤੇ ਸੀ YouTube ਦੇ ਉੱਤੇ, ਰਾਹੁਲ ਦੇਸ਼ਵਾਲ ਸਰ ਸੀ, ਇਹਨਾਂ ਦਾ ਇੱਕ ਵਾਈਫਾਈ ਸਟੱਡੀ ਨਾਮ ਦੇ ਚੈਨਲ ਦੇ ਉੱਤੇ ਇਹਨਾਂ ਦੀਆਂ ਵੀਡੀਓਜ਼ ਪਈਆਂ ਨੇ, ਫ੍ਰੀ ਆਫ ਕੋਸਟ ਪਈਆਂ ਨੇ, ਅਤੇ ਟੌਪ ਤੱਕ ਨਾਮ ਦਾ ਇਹਨਾਂ ਦਾ ਆਪਦਾ ਚੈਨਲ ਆ, ਉਹ ਤੋਂ ਵੀ ਤੁਸੀਂ ਕਰ ਸਕਦੇ ਹੋ। ਮੈਥ ਦੇ ਵਿੱਚ ਤੁਸੀਂ ਮਾਰ ਨਹੀਂ ਖਾਓਗੇ, ਠੀਕ ਆ, ਮਤਲਬ ਗੁਜ਼ਾਰੇ ਜੋਗੇ ਨੰਬਰ ਤੁਸੀਂ ਲੈ ਸਕਦੇ ਹੋ ਮੈਥ ਦੇ ਵਿੱਚੋਂ, ਜੇਕਰ ਤੁਹਾਡਾ ਮੈਥ ਬਹੁਤ ਜ਼ਿਆਦਾ ਵੀਕ ਆ। ਅਤੇ ਬੁੱਕ ਦੇ ਵਿੱਚੋਂ ਮੈਂ ਫੋਲੋ ਕੀਤੀ ਸੀ ਜਿਹੜੀ ਰਾਕੇਸ਼ ਯਾਦਵ ਦੀ 7300 ਬਾਇਲੈਂਗੁਅਲ ਮੈਥ ਬੁੱਕ ਪਰਚੇਜ਼ ਕੀਤੀ ਸੀ, ਅਤੇ ਮੈਂ ਨਾਲ ਹੀ RS ਅਗਰਵਾਲ ਦੀ 500 ਰੁਪਏ ਦੀ ਜਿਹੜੀ ਬੁੱਕ ਆਉਂਦੀ ਆ ਮੈਥ ਦੀ ਕੁਆਂਟ ਦੀ, ਉਹ ਵਾਲੀ ਬੁੱਕ ਲਈ ਸੀ। ਬਟ ਮੈਂ ਇਹ ਵਾਲੀ ਬੁੱਕ ਫੋਲੋ ਨਹੀਂ ਕੀਤੀ ਸੀ RS ਅਗਰਵਾਲ ਦੀ, ਮੈਨੂੰ ਰਾਕੇਸ਼ ਯਾਦਵ ਦੀ 7300 ਬਾਇਲੈਂਗੁਅਲ ਜਿਹੜੀ ਮੈਥ ਬੁੱਕ ਸੀਗੀ ਉਹ ਜ਼ਿਆਦਾ ਬੈਟਰ ਲੱਗੀ ਸੀ। ਸੋ ਮੈਂ ਇਹ ਫੋਲੋ ਕੀਤੀ ਸੀ। ਤੁਸੀਂ RS ਅਗਰਵਾਲ ਦਾ ਮੈਥ ਵੀ ਕਰ ਸਕਦੇ ਹੋ, ਦੋਨੋਂ ਸੇਮ ਨੇ, ਬਟ ਮੈਨੂੰ ਜ਼ਿਆਦਾ ਵਧੀਆ ਇਹ ਲੱਗੀ ਸੀ, ਕਿਉਂਕਿ ਮੇਰਾ ਮੈਥ ਥੋੜ੍ਹਾ ਵੀ ਆਪਾਂ ਕਹਿ ਸਕਦੇ ਹੋ ਕਿ ਐਵਰੇਜ ਮੈਥ ਸੀਗਾ, ਬਹੁਤ ਮੁਸ਼ਕਿਲ ਨਾਲ ਮੈਥ ਦੇ ਵਿੱਚੋਂ ਮਤਲਬ ਕਿ ਸਕੋਰ ਮੇਰਾ ਹੋਇਆ ਸੀ। ਦੈਨ ਤੁਸੀਂ ਕੀ ਕਰਨਾ ਵਾ, ਤੁਹਾਨੂੰ ਮੈਂ ਇਹੀ ਸਲਾਹ ਦਿੰਦਾ ਕਿ ਇਹਨਾਂ ਦੋਨਾਂ ਦੀ ਤੁਸੀਂ PDF ਦੇਖ ਕੇ ਤੁਸੀਂ ਦੇ ਸਕਦੇ। ਇਹਦੇ ਵਿੱਚ ਥੋੜ੍ਹੀਆਂ ਜਿਹੀਆਂ ਟ੍ਰਿਕਸ ਦਿੱਤੀਆਂ ਹੋਈਆਂ ਜਿਹੜੀਆਂ 7300 ਬਾਇਲੈਂਗੁਅਲ ਆ, ਈਜ਼ੀ ਵੇ, ਅਲੱਗ-ਅਲੱਗ ਵੇ ਦਿੱਤੇ ਹੋਏ ਨੇ, ਬਟ RS ਅਗਰਵਾਲ ਤੇ ਬੇਸਿਕ ਤੋਂ ਹੀ ਕਰਵਾਇਆ ਗਿਆ ਵਾ। ਜੇਕਰ ਤੁਹਾਨੂੰ ਬੇਸਿਕ ਕਰਨਾ ਔਖਾ ਲੱਗਦਾ ਵਾ ਤਾਂ ਤੁਸੀਂ 7300 ਬਾਇਲੈਂਗੁਅਲ ਮੈਥ ਕਰ ਸਕਦੇ ਹੋ, ਠੀਕ ਹੈ ਜੀ।
ਹੁਣ ਅੱਗੇ ਜੀ ਪੰਜਾਬ ਦੇ ਮੈਂ ਜਿਹੜੇ MCQ ਨਾਲ ਦੀ ਨਾਲ ਪੇਪਰ ਹੋਈ ਜਾਂਦੇ ਸੀ, ਮਤਲਬ ਜਿਹੜੇ ਕੁਆਲੀਫਾਈ ਨਹੀਂ ਹੁੰਦੇ ਸੀਗੇ, ਮੇਰੇ ਪੇਪਰ ਨਹੀਂ ਕੁਆਲੀਫਾਈ ਹੋਏ ਸੀਗੇ, ਠੀਕ ਆ। ਸੋ ਉਹਦੇ ਵਿੱਚੋਂ ਮੈਂ ਇਹ MCQ ਜਿਹੜੇ ਪੰਜਾਬ ਦੇ ਮੈਥ ਦੇ ਲਗਾ ਲੈਂਦਾ ਹੁੰਦਾ ਸੀ। ਦੈਨ ਸਕੋਰ ਐਟ ਦੀ ਐਂਡ ਤੁਹਾਡੇ ਵਧੀਆ ਬਣ ਜਾਏਗਾ। ਦੈਨ ਉਸ ਤੋਂ ਬਾਅਦ ਮੇਰਾ ਲਾਸਟ ਵਾਲੇ ਜਿਹੜੇ ਆਪਣੇ ਪੇਪਰ ਮੇਰੇ ਕਲੀਅਰ 3 ਹੋਏ ਸੀ, ਉਹਦੇ ਵਿੱਚੋਂ ਮੇਰੇ ਮੈਥ ਦੇ ਵਿੱਚੋਂ ਇੰਨਾ ਸਕੋਰ ਸੀਗਾ ਕਿ ਹਾਂਜੀ ਮੇਰੇ ਲਈ ਮਤਲਬ ਸਫੀਸ਼ੈਂਟ ਸੀਗਾ ਕਿ ਹਾਂਜੀ ਮੇਰੇ ਲਈ ਜ਼ਿਆਦਾ ਘੱਟ ਨੰਬਰ ਨਹੀਂ ਸੀ, ਮਤਲਬ ਮੈਂ ਪਿੱਛੇ ਨਹੀਂ ਸੀ ਜਾ ਰਿਹਾ ਦੌੜ ਤੋਂ, ਠੀਕ ਆ। ਬਸ ਇਹੀ ਚੀਜ਼ ਦਾ ਤੁਸੀਂ ਧਿਆਨ ਰੱਖਣਾ ਵਾ। ਜ਼ਰੂਰੀ ਨਹੀਂ ਹੁੰਦਾ ਕਿ ਜਿਹੜਾ ਤੁਹਾਡਾ ਸਬਜੈਕਟ ਕਮਜ਼ੋਰ ਆ, ਮੰਨ ਲਓ ਇੱਕ ਸਬਜੈਕਟ ਤੁਹਾਡਾ ਕਮਜ਼ੋਰ ਆ, ਉਹਦੇ ਵਿੱਚੋਂ ਤੁਹਾਡੇ ਜੇਕਰ 20 ਦੇ ਵਿੱਚੋਂ 12-13 ਨੰਬਰ ਵੀ ਆਉਂਦੇ ਨੇ ਤਾਂ ਇਨਫ ਹੁੰਦੇ ਨੇ, ਠੀਕ ਆ। ਸੋ ਤੁਸੀਂ ਜਿਹੜਾ ਸਬਜੈਕਟ ਤੁਹਾਡਾ ਜ਼ਿਆਦਾ ਮਜ਼ਬੂਤ ਆ, ਮੰਨ ਲਓ ਕਿ ਕੋਈ ਸਬਜੈਕਟ ਜ਼ਿਆਦਾ ਮਜ਼ਬੂਤ ਆ, ਤੁਸੀਂ ਉਹਦੇ ਵਿੱਚੋਂ 17 ਤੋਂ 18 ਨੰਬਰ ਲਓਗੇ ਤਾਂ ਤੁਹਾਡਾ ਕਵਰ ਹੋ ਜਾਏਗਾ, ਠੀਕ ਹੈ। ਇਸ ਤਰ੍ਹਾਂ ਹੌਲੀ ਹੌਲੀ ਕਰਕੇ ਐਡਜਸਟਮੈਂਟ ਕਰ, ਜਿੱਦਾਂ ਕਿ ਕੰਪਿਊਟਰ ਸੀ, ਕੰਪਿਊਟਰ 'ਚੋਂ ਆਲਮੋਸਟ ਸਾਰਿਆਂ ਦੇ 10 ਨੰਬਰ ਦਾ ਹੁੰਦਾ, ਚਾਹੇ 15 ਦਾ ਹੁੰਦਾ ਸੀ, ਉਹ 'ਚੋਂ 10-15 ਨੰਬਰ ਪੂਰੇ ਨੰਬਰ ਤੁਹਾਡੇ ਆ ਜਾਂਦੇ ਸੀ। ਅੱਗੇ ਚੱਲਦੇ ਹਾਂ ਜੀ ਹੁਣ ਆਪਾਂ ਪੰਜਾਬੀ ਵਿਆਕਰਨ। ਪੰਜਾਬੀ ਵਿਆਕਰਨ ਲਈ ਜੀ ਮੈਂ ਇੱਕ ਨਰਿੰਦਰ ਦੁੱਗਲ ਦੀ ਪੰਜਾਬੀ ਵਿਆਕਰਨ ਦੀ ਬੁੱਕ ਆਉਂਦੀ ਸੀ, ਉਹ ਫੋਲੋ ਕਰ ਸਕਦੇ ਹੋ। ਇੱਕ ਸ਼ਾਇਦ 9ਵੀਂ ਤੇ 10ਵੀਂ ਦੀ ਇੱਕ ਪੰਜਾਬੀ ਦੀ ਬੁੱਕ ਆਉਂਦੀ ਆ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ, ਇਹ ਵੀ ਕਰ ਸਕਦੇ ਹੋ, ਸੇਮ ਹੀ ਆ। ਇਹ ਤੁਹਾਨੂੰ ਕੁਆਲੀਫਾਈਂਗ ਪੇਪਰ ਦੇ ਵਿੱਚ ਵੀ ਕਰ ਸਕਦਾ, ਪਰ ਮੇਨ ਇੰਪੋਰਟੈਂਟ ਰਹੂਗਾ ਜੀ ਪੰਜਾਬ ਦੇ ਪ੍ਰੀਵੀਅਸ ਈਅਰ ਕੁਐਸਚਨ। ਇਹ ਸਾਰੇ ਤੁਸੀਂ 2021 ਦੇ ਆ, ਚਾਹੇ 18 ਦੇ ਆ, 16 ਦੇ, 19 ਦਾ, ਸਾਰੇ ਲਗਾ ਦਿਓ ਜੀ। ਇਹਦੇ ਵਿੱਚੋਂ ਤੁਹਾਡਾ ਪੰਜਾਬੀ ਵਿਆਕਰਨ 'ਚੋਂ ਤੁਸੀਂ ਪੂਰੇ ਨੰਬਰ ਲੈ ਸਕਦੇ ਹੋ, ਠੀਕ ਆ। ਮੇਰੇ ਇਹਦੇ ਵਿੱਚੋਂ ਜਿਹੜੇ ਕਲਰਕ ਦਾ ਐਗਜ਼ਾਮ ਹੋਇਆ ਸੀਗਾ ਹੁਣੇ ਰੀਸੈਂਟਲੀ, ਉਹਦੇ ਵਿੱਚੋਂ ਮੇਰੇ 10 ਨੰਬਰ ਦੀ ਸ਼ਾਇਦ ਆਈ ਸੀ। ਇਹਦੇ ਵਿੱਚੋਂ ਲਗਭਗ ਮੇਰੇ ਇੱਕ ਕੁਐਸਚਨ ਗਲਤ ਹੋਇਆ ਸੀ, ਲਗਭਗ ਸਾਰੇ ਕੁਐਸਚਨ ਮੇਰੇ ਸਹੀ ਗਏ ਸੀਗੇ, ਠੀਕ ਆ। ਸੋ ਇਹ ਇਹੋ ਜਿਹੇ ਸਬਜੈਕਟ ਹੁੰਦਾ ਜਿਸ 'ਚੋਂ ਤੁਸੀਂ ਬਹੁਤ ਵਧੀਆ ਸਕੋਰ ਕਰਕੇ ਮੈਰਿਟ ਦੇ ਵਿੱਚ ਆ ਸਕਦੇ ਹੋ, ਠੀਕ ਆ। 12-13 ਨੰਬਰ ਦੀ ਆਉਣੀ ਆ, ਸੋ ਤੁਸੀਂ ਇਹ ਕੈਚ ਕਰਨੇ ਨੇ ਨੰਬਰ, ਠੀਕ ਆ। ਹੁਣ ਆ ਗਿਆ ਜੀ ਇੰਗਲਿਸ਼। ਇਹਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਆਉਂਦੀ ਆ, ਮੈਨੂੰ ਖੁਦ ਨੂੰ ਪ੍ਰੋਬਲਮ ਆਉਂਦੀ ਸੀ, ਇਹ ਹੁਣ ਤੁਹਾਡੇ 'ਤੇ ਆ। ਇਹ ਇੱਕ ਲੈਂਗੁਏਜ ਆ, ਪਹਿਲੀ ਗੱਲ ਤਾਂ ਇੰਗਲਿਸ਼, ਠੀਕ ਆ। ਇਹ ਤੁਸੀਂ ਸਿੱਖਣੀ ਪੈਣੀ ਆ ਤੁਹਾਨੂੰ, ਇਹ ਲੈਂਗੁਏਜ। ਇਹਦੇ ਲਈ ਤੁਸੀਂ ਕੀ ਕਰ ਸਕਦੇ ਹੋ, ਜੇਕਰ ਤੁਸੀਂ ਕੰਮ ਚਲਾਊ ਕਰਨਾ ਵਾ ਕਿ ਹਾਂਜੀ 12 ਨੰਬਰ ਦੀ ਇੰਗਲਿਸ਼ ਆਉਣੀ ਆ, ਇਹਦੇ ਵਿੱਚੋਂ ਤੁਸੀਂ 6-7 ਨੰਬਰ 8 ਨੰਬਰ ਲੈ ਕੇ ਬਾਕੀ ਸਬਜੈਕਟ ਦੇ ਵਿੱਚੋਂ ਆਪਦੀ ਮੈਰਿਟ ਲਈ ਨੰਬਰ ਕਵਰ ਕਰ ਸਕਦੇ ਹੋ, ਤਾਂ ਤੁਸੀਂ ਨਿਮਿਸ਼ਾ ਬਾਂਸਲ ਮੈਡਮ ਨੂੰ ਫੋਲੋ ਕਰ ਸਕਦੇ ਹੋ। ਜੇ ਤੁਸੀਂ ਪੂਰਾ ਚੰਗੀ ਤਰ੍ਹਾਂ ਕਹਿੰਦੇ ਆ ਕਿ ਹਾਂਜੀ ਡਿਟੇਲ ਦੇ ਵਿੱਚ ਕਰਨਾ, ਕੋਈ ਮਤਲਬ ਹੋਰ ਐਗਜ਼ਾਮ ਦੀ ਵੀ ਤਿਆਰੀ ਕਰ ਰਹੇ ਹੋ, ਅੱਗੇ SSC ਦੀ ਕਰ ਰਹੇ ਹੋ, ਸੈਂਟਰ ਦੀ ਤਿਆਰੀ ਕਰ ਰਹੇ ਹੋ, ਫਿਰ ਤੁਸੀਂ ਪੀਯੂਸ਼ ਜਿੰਦਲ ਸਰ ਨੇ ਇਲੈਕਟ੍ਰਿਕ ਇੰਗਲਿਸ਼ ਚੈਨਲ ਤੋਂ ਇਹਨਾਂ ਤੋਂ ਇੰਗਲਿਸ਼ ਕਰ ਸਕਦੇ ਹੋ, ਬਹੁਤ ਵਧੀਆ ਕਰਵਾ ਰਹੇ ਆ। ਮੈਂ ਇਹਨਾਂ ਨੂੰ ਫੋਲੋ ਨਹੀਂ ਕੀਤਾ ਸੀ, ਮੇਰੇ ਕਹੇ ਤੋਂ ਇਹ ਨਾ ਕਰਿਓ ਕਿ ਹਾਂਜੀ ਇਹਨਾਂ ਦੇ ਰਿਵਿਊ ਬਹੁਤ ਵਧੀਆ ਦੇਖਣ ਨੂੰ ਮਿਲ ਰਹੇ ਨੇ, ਕਿ ਕੈਂਡੀਡੇਟ ਜਿਹੜੇ ਆਪਣੇ ਨਾਲ ਐਡ ਨੇ ਉਹ ਵੀ ਦੱਸਦੇ ਪਏ ਨੇ ਕਿ ਸਾਨੂੰ ਇਹਨਾਂ ਤੋਂ ਫਾਇਦਾ ਮਿਲਿਆ ਇੰਗਲਿਸ਼ ਲੈਂਗੁਏਜ ਦੇ ਵਿੱਚ, ਠੀਕ ਆ। ਇੰਗਲਿਸ਼ ਲੈਂਗੁਏਜ ਤੁਸੀਂ ਇਹਨਾਂ ਤੋਂ ਫੋਲੋ ਕਰ ਸਕਦੇ ਹੋ, ਪਰ ਜੇਕਰ ਤੁਸੀਂ ਕੰਮ ਚਲਾਊ ਕੰਮ ਰੱਖਣਾ ਵਾ ਕਿ ਹਾਂਜੀ ਬਾਕੀਆਂ 'ਚੋਂ ਕਵਰ ਕਰ ਸਕਦੇ ਹੋ, ਤਾਂ ਨਿਮਿਸ਼ਾ ਬਾਂਸਲ ਮੈਡਮ ਨੂੰ ਫੋਲੋ ਕਰ ਸਕਦੇ ਹੋ। ਬੁੱਕ ਜੀ ਮੈਂ SP ਬਖਸ਼ੀ ਦੀ ਫੋਲੋ ਕੀਤੀ ਸੀ, ਸੋ ਕੁਛ ਚੈਪਟਰ ਮੈਂ ਲਗਾਏ ਸੀ, ਕੁਛ ਨਹੀਂ ਵੀ ਲਗਾਏ ਸੀ, ਸਾਰੀ ਬੁੱਕ ਮੈਂ ਆਪਣੀ ਸੋਲਵ ਨਹੀਂ ਕੀਤੀ ਸੀ, ਕੁਛ ਚੈਪਟਰ ਲਾਏ। ਸੋ ਥੋੜ੍ਹੇ ਜਿਹੇ ਮੈਂ ਪੰਜਾਬ ਦੇ ਪ੍ਰੀਵੀਅਸ ਈਅਰ ਕੁਐਸਚਨ ਦੇ ਵਿੱਚੋਂ ਮਤਲਬ ਜੋ ਕਿ ਗ੍ਰਾਮਰ ਦੇ ਪਾਰਟ ਸੀਗਾ ਜਿਹੜਾ ਆਪਣਾ, ਉਹ ਮੈਂ ਫੋਲੋ ਕੀਤਾ ਸੀਗਾ ਜੀ। ਅੱਗੇ ਚੱਲਦੇ ਹਾਂ ਜੀ ਆਪਾਂ ਕੰਪਿਊਟਰ ਤੋਂ, ਠੀਕ ਹੈ ਜੀ। ਸੋ ਇਹਦੇ ਵਿੱਚ ਥੋੜੀ ਦਿੱਕਤ ਆਉਂਦੀ ਹੁੰਦੀ ਆ, ਸੋ ਇਹਦੇ 'ਤੇ ਤੁਹਾਡਾ ਡਿਪੈਂਡ ਕਰਦਾ ਵਾ ਕਿ ਜਦੋਂ ਤੁਸੀਂ ਮੌਕ ਟੈਸਟ ਲਾਉਂਦੇ ਹੋ, ਇਹ ਚੀਜ਼ ਤੁਸੀਂ ਖੁਦ ਦੇਖਣਾ। ਐਂਡ ਦੇ ਉੱਤੇ ਮੈਂ ਤੁਹਾਨੂੰ ਵੀਡੀਓ ਦੇ ਐਂਡ ਦੇ ਵਿੱਚ ਦੱਸਾਂਗਾ ਕਿ ਤੁਸੀਂ ਮੈਰਿਟ ਦੇ ਵਿੱਚ ਆਉਣ ਲਈ ਜਿਹੜੇ ਤੁਹਾਡੇ ਨੰਬਰ ਘੱਟਦੇ ਨੇ ਉਹ ਕਿਵੇਂ ਪੂਰੇ ਕਰਦੇ ਨੇ, ਠੀਕ ਆ। ਉਹ ਮੈਂ ਤੁਹਾਨੂੰ ਅੱਗੇ ਜਾ ਕੇ ਦੱਸਦਾ ਵਾਂ ਜੀ। ਹੁਣ ਆ ਗਿਆ ਜੀ ਸਾਡੇ ਕੋਲੇ ਕੰਪਿਊਟਰ ਦੇ ਵਿੱਚ ਸਿੱਧੀ ਜੀ ਗੱਲ ਆ ਜੀ, ਪੋਜ਼ੀਟਿਵ ਵਾਈਬਸ ਪੰਜਾਬ YouTube ਚੈਨਲ ਆ, ਇਹਨਾਂ ਨੂੰ ਫੋਲੋ ਕਰ ਲਓ, ਅੱਖਾਂ ਬੰਦ ਕਰਕੇ ਤੁਸੀਂ ਯਕੀਨ ਕਰ ਲਓ ਇਹਨਾਂ ਦੇ ਉੱਤੇ। ਇਹਨਾਂ ਤੋਂ ਬਾਹਰ ਚਾਹੇ ਤੁਸੀਂ ਪੰਜਾਬ ਦਾ ਕੋਈ ਵੀ ਪੇਪਰ ਦੇਣਾ, ਇਹਨਾਂ ਤੋਂ ਬਾਹਰ ਕੋਈ ਕੁਐਸਚਨ ਨਹੀਂ ਆਉਂਦਾ ਗਾ ਜੀ। ਨੋਟਸ ਵੀ ਮੈਂ ਇਹਨਾਂ ਤੋਂ ਪੋਜ਼ੀਟਿਵ ਵਾਈਬਸ ਪੰਜਾਬ ਤੋਂ ਫੋਲੋ ਕੀਤੇ ਸੀ, ਤੇ YouTube ਚੈਨਲ ਵੀ ਮੈਂ ਪੋਜ਼ੀਟਿਵ ਵਾਈਬਸ ਪੰਜਾਬ ਤੋਂ ਹੀ ਫੋਲੋ ਕੀਤਾ ਸੀ। ਸੋ ਕੰਪਿਊਟਰ ਲਈ ਤੁਸੀਂ ਪੋਜ਼ੀਟਿਵ ਵਾਈਬਸ ਪੰਜਾਬ ਚੈਨਲ ਨੂੰ ਫੋਲੋ ਕਰ ਸਕਦੇ ਹੋ, ਠੀਕ ਹੈ ਜੀ। ਅੱਗੇ ਜੀ ਮੌਕ ਟੈਸਟ ਕਿਹਦੇ ਲਾਉਣੇ ਆ ਜੀ। ਮੌਕ ਟੈਸਟ ਮੈਂ ਲਗਾਏ ਸੀ ਜੀ ਸਾਰੇ ਪ੍ਰੀਵੀਅਸ ਈਅਰ ਕੁਐਸਚਨ, ਜਿੰਨੇ ਵੀ, ਚਾਹੇ 120 ਨੰਬਰ ਦਾ ਸੀ, ਚਾਹੇ 100 ਨੰਬਰ ਦਾ ਸੀ, ਜਿੰਨੇ ਵੀ ਮੈਨੂੰ ਪ੍ਰੀਵੀਅਸ ਈਅਰ ਕੁਐਸਚਨ ਪੰਜਾਬ ਦੇ ਮਿਲਦੇ ਸੀ, ਮੈਂ ਸਾਰੇ ਲਗਾਤੇ ਸੀਗੇ ਪਹਿਲੇ ਨੰਬਰ 'ਤੇ। ਤਾਂ ਕੁਛ ਮੈਂ ਇੰਸਟੀਟਿਊਟ ਦੇ ਜਿਹੜੇ ਆਪਣੇ ਪੰਜਾਬ ਦੇ ਇੰਸਟੀਟਿਊਟ ਮਤਲਬ ਤਿਆਰ ਕਰਦੇ ਸੀ, ਕੁਛ ਮਤਲਬ ਕਿ ਡੈਮੋ ਦੇ ਵਿੱਚ ਫ੍ਰੀ ਦੇ ਵਿੱਚ ਪਾਏ ਹੁੰਦੇ ਸੀਗੇ ਟੈਲੀਗ੍ਰਾਮ ਚੈਨਲ ਦੇ ਉੱਤੇ, ਡੈਮੋ ਦੇ ਜਿਹੜੇ ਮਤਲਬ ਕਿ ਆਮ ਤੌਰ ਦੇ ਉੱਤੇ ਜਿੱਦਾਂ ਕਿ 5 ਮੌਕ ਟੈਸਟ ਕਿਸੇ ਨੇ ਆਪਣੇ ਚੈਨਲ ਵਾਲਿਆਂ ਨੇ ਪਾਏ, ਅਤੇ 1-2 ਮੌਕ ਟੈਸਟ ਇਹਨਾਂ ਨੇ ਮੰਨ ਲਓ ਕਿ ਡੈਮੋ ਦੇ ਵਿੱਚ ਦੇਤੇ ਹੋਏ ਆ ਫ੍ਰੀ ਵਾਲੇ। ਦੈਨ ਮੈਂ ਉਹ ਫ੍ਰੀ ਵਾਲੇ ਮੌਕ ਟੈਸਟ ਲਾ ਕੇ ਸਿਰਫ ਇਹਦੇ ਵਿੱਚ ਸਿਰਫ ਤਿਆਰੀ ਚੈੱਕ ਹੁੰਦੀ ਆ, ਇਹਦੇ 'ਚੋਂ ਪੇਪਰ ਦੇ ਵਿੱਚ ਕੁਐਸਚਨ ਨਹੀਂ ਆਉਂਦੇ ਹੁੰਦੇ। ਹੋਇਆ ਕਿਤੇ ਕੋਈ ਕੁਐਸਚਨ ਜਾਂ ਚੈਪਟਰ ਦੇ ਵਿੱਚੋਂ ਕੁਛ ਆ ਜਾਂਦਾ ਹੁੰਦਾ, ਪਰ ਇਹ ਤਿਆਰੀ ਚੈੱਕ ਕਰਨ ਲਈ ਵਧੀਆ ਹੁੰਦੇ ਨੇ ਕਿ ਤੁਸੀਂ ਉਸ ਟਾਈਮ ਦੇ ਉੱਤੇ, ਕਿਉਂਕਿ ਸਾਡਾ ਉਸ ਟਾਈਮ ਦੇ ਉੱਤੇ ਟਾਈਮਿੰਗ ਸੀਗੀ 1.5 ਘੰਟਾ ਕਲਰਕ ਦੇ ਪੇਪਰ ਦੀ। ਸੋ 1.5 ਘੰਟੇ ਦੇ ਵਿੱਚ 120 ਕੁਐਸਚਨ ਸੀਗੇ, 120 ਕੁਐਸਚਨ ਕਰਨੇ ਸੀਗੇ, ਜਿਨ੍ਹਾਂ ਦਾ ਮਤਲਬ ਕਿ ਮੈਥ ਤੇ ਰੀਜ਼ਨਿੰਗ ਥੋੜ੍ਹਾ ਜਿਹਾ ਮਤਲਬ ਸਪੀਡ ਘੱਟ ਸੀ, ਉਹਨਾਂ ਨੂੰ ਇੱਕ ਸਪੀਡ ਬਣਾਉਣੀ ਪੈਣੀ ਸੀ, ਕਿਉਂਕਿ 2 ਘੰਟੇ ਦੇ ਵਿੱਚ ਤੇ 1.5 ਘੰਟੇ ਦੇ ਵਿੱਚ 30 ਮਿੰਟ ਦਾ ਫਰਕ ਆ ਜਾਂਦਾ। ਸੋ ਬਹੁਤ ਮੁਸ਼ਕਿਲ ਨਾਲ ਜਿਨ੍ਹਾਂ ਦਾ ਮੈਥ ਰੀਜ਼ਨਿੰਗ ਵੀਕ ਸੀ ਉਹਨਾਂ ਦਾ ਪੂਰਾ ਹੋਇਆ। ਸੋ ਇਹੋ ਜਿਹੇ ਤਰੀਕੇ ਲਈ ਮਤਲਬ ਹੁਣ ਤਾਂ 2 ਘੰਟੇ ਟਾਈਮ, 2.5 ਘੰਟੇ ਹੀ ਟਾਈਮ ਹੈਗਾ ਹੈ ਨਾ,
ਤਾਂ ਦੈਨ 50 ਨੰਬਰ ਦਾ ਅਲੱਗ ਤੋਂ, ਦੈਨ ਹੁਣ ਤਾਂ ਟਾਈਮ ਇਨਫ ਆ। ਪਰ ਫਿਰ ਵੀ ਤੁਸੀਂ ਮੌਕ ਟੈਸਟ ਜ਼ਰੂਰ ਲਾਉਣਾ, ਕਿਉਂਕਿ ਮੌਕ ਟੈਸਟ ਹੀ ਤੁਹਾਨੂੰ ਦੱਸਦਾ ਕਿ ਕਿਹੜੇ ਚੈਪਟਰ ਦੇ ਵਿੱਚੋਂ ਤੁਹਾਡੇ ਨੰਬਰ ਘੱਟ ਨੇ ਤੇ ਕਿਹੜੇ ਦੇ ਵਿੱਚੋਂ ਵੱਧ ਨੇ। ਖਾਸ ਕਰ ਤੁਸੀਂ ਪ੍ਰੀਵੀਅਸ ਈਅਰ ਕੁਐਸਚਨ 2021 ਵਾਲੇ ਸਾਰੇ 120 ਨੰਬਰ ਦੇ ਜਾਂ ਹੋਇਆ ਚਾਹੇ 100 ਨੰਬਰ ਦਾ ਜੇਲ੍ਹ ਵਾਲੇ ਸਾਰੇ ਕੁਐਸਚਨ ਮੈਂ ਤੁਹਾਨੂੰ 16 ਪੇਪਰ ਹੋਏ ਨੇ ਟੋਟਲ, 16 ਦੇ 16 ਪੇਪਰ ਤੁਹਾਨੂੰ ਟੈਲੀਗ੍ਰਾਮ ਦੇ ਉੱਤੇ ਪਾਏ ਹੋਏ ਨੇ, ਤੁਸੀਂ ਸਾਰੇ ਸੋਲਵ ਕਰਨੇ ਨੇ। ਉਹ OMR ਸ਼ੀਟ ਕਢਵਾ ਲਿਓ ਤੇ ਕੁਝ ਮੌਕ ਟੈਸਟ ਮੈਂ ਤੁਹਾਨੂੰ ਫ੍ਰੀ ਦੇ ਵਿੱਚ ਵੀ ਪ੍ਰੋਵਾਈਡ ਕਰਵਾਏ ਨੇ। ਅੱਗੇ ਜੇ ਤੁਸੀਂ ਕਹੋਗੇ ਤਾਂ ਮੈਂ ਤੁਹਾਨੂੰ ਮੌਕ ਟੈਸਟ ਤਿਆਰ ਕਰਕੇ, ਕਿਉਂਕਿ ਅਜੇ ਫਿਲਹਾਲ ਜੁਆਇਨਿੰਗ ਨਵੀਂ ਲਗਭਗ ਮਹੀਨਾ ਕੀ ਹੋਇਆ ਅਜੇ ਮੈਨੂੰ ਜੁਆਇਨ ਕੀਤੇ ਨੂੰ, ਦੈਨ ਸਟੇਸ਼ਨ ਵੀ ਥੋੜ੍ਹਾ ਜਿਹਾ ਦੂਰ ਮਿਲਿਆ ਕਰਕੇ ਦੈਨ ਮੈਨੂੰ ਥੋੜ੍ਹੀ ਦਿੱਕਤ ਆ ਰਹੀ ਆ ਮਤਲਬ ਕਿ ਫੋਲੋ ਕਰਨ ਨੂੰ। ਦੈਨ ਜਿਵੇਂ ਹੀ ਥੋੜ੍ਹਾ ਜਿਹਾ ਮਤਲਬ ਆਉਂਦਾ ਵਾ ਲੋਟ ਆਏਗਾ ਦੈਨ ਆਪਾਂ ਤੁਹਾਨੂੰ ਨਾਲ ਦੀ ਨਾਲ ਮੌਕ ਟੈਸਟ ਵੀ ਤਿਆਰ ਕਰਕੇ ਦੇਵਾਂਗੇ ਜੀ, ਠੀਕ ਆ। ਸੋ ਥੋੜ੍ਹਾ ਜਿਹਾ ਵੇਟ ਕਰ ਲਿਓ, ਥੋੜ੍ਹਾ ਜਿਹਾ ਸਬਰ ਕਰ ਲਿਓ। ਤਾਂ ਜੀ ਮੇਰਾ ਹੁਣ ਜੀ ਟਾਈਮ ਟੇਬਲ ਤੋਂ ਬਾਅਦ ਆਪਾਂ ਡਿਸਕਸ ਕਰਾਂਗੇ ਕਿ ਹਾਂਜੀ ਤੁਸੀਂ ਮੈਰਿਟ 'ਚ ਆਉਣ ਲਈ ਕੀ ਕਰਨਾ ਵਾ। ਹੁਣ ਜੀ ਸਟਾਰਟਿੰਗ ਦੇ ਵਿੱਚ ਮੈਂ ਕੀ ਕੀਤਾ ਸੀ, 7 ਤੋਂ 8 ਘੰਟੇ ਪੜ੍ਹਦਾ ਹੁੰਦਾ ਸੀ, ਠੀਕ ਹੈ ਜੀ। ਮੈਂ ਤਿਆਰੀ ਕਰਨੀ ਕਦੋਂ ਸ਼ੁਰੂ ਕੀਤੀ ਸੀ, ਬਹੁਤ ਸਾਰੇ ਕੈਂਡੀਡੇਟ ਮੈਨੂੰ ਇਹ ਪੁੱਛਦੇ ਸੀ ਜੀ 2021 ਦੇ ਵਿੱਚ ਮੈਂ ਤਿਆਰੀ ਕਰਨੀ ਸ਼ੁਰੂ ਕੀਤੀ ਸੀ, ਠੀਕ ਹੈ ਜੀ। 2021 ਦੀ ਸਟਾਰਟਿੰਗ ਦੇ ਵਿੱਚ ਮੈਂ ਤਿਆਰੀ ਕਰਨੀ ਸ਼ੁਰੂ ਕੀਤੀ ਤਾਂ 2022 ਦੇ ਐਂਡ ਤੱਕ ਆਉਂਦੇ ਮੇਰੇ 3 ਪੇਪਰ ਕਲੀਅਰ ਹੋ ਗਏ ਸੀ। ਬਟ 3 ਤੋਂ ਪਹਿਲਾਂ ਮੇਰੇ ਅਪਰੋਕਸੀਮੇਟ ਤੁਸੀਂ ਲਗਾ ਸਕਦੇ ਹੋ ਤਾਂ 5 ਤੋਂ 6 ਪੇਪਰ ਇੱਦਾਂ ਦੇ ਸੀਗੇ, 5 ਤੋਂ 6 ਪੇਪਰ ਮੈਂ ਦਿੱਤੇ ਸੀਗੇ। ਦੈਨ ਉਹਦੇ ਵਿੱਚ ਮੇਰਾ ਮੈਰਿਟ ਦੇ ਵਿੱਚ ਨਾਮ ਨਹੀਂ ਆਇਆ ਸੀ। ਕਿਸੇ ਦੇ ਵਿੱਚ ਮੈਂ ਕੁਛ ਨੰਬਰ ਦੇ ਵਿੱਚ 1-2 ਪੇਪਰ ਇਹੋ ਜਿਹੇ ਸੀ ਜਿਹਦੇ ਵਿੱਚ ਕਿ ਮੈਂ ਕੁਛ ਨੰਬਰਾਂ ਪਿੱਛੇ ਰਿਹਾ ਸੀ, ਅਤੇ ਕੁਛ ਪੇਪਰ ਇਹੋ ਜਿਹੇ ਸੀ ਜਿਹਦੇ ਵਿੱਚ ਕਿ ਮੈਂ ਬਹੁਤ ਜ਼ਿਆਦਾ ਪਿੱਛੇ ਸੀਗੇ, ਮਤਲਬ ਕਿ ਬਹੁਤ ਹੀ ਮੁਸ਼ਕਿਲ ਨਾਲ ਪੇਪਰ ਕੁਆਲੀਫਾਈ ਹੋ ਪਾ ਰਿਹਾ ਸੀ। ਦੈਨ ਇਹ ਪਾਰਟ ਆਫ ਮਤਲਬ ਤਿਆਰੀ ਦਾ ਤੁਹਾਡਾ ਹਿੱਸਾ ਹੋਊਗਾ। ਇਹ ਤੁਸੀਂ ਦੇਖਣਾ ਕਿ ਜੇਕਰ ਤੁਹਾਡੇ ਮੈਰਿਟ 'ਚ ਆਉਣ ਲਈ ਤੁਹਾਨੂੰ ਕਿੰਨੇ ਨੰਬਰ ਚਾਹੀਦੇ ਨੇ, ਉਹ ਮੈਰਿਟ ਨੂੰ ਤੁਸੀਂ ਹਿੱਟ ਕਰਨਾ ਵਾ, ਠੀਕ ਆ। ਮੈਰਿਟ ਨੂੰ ਹਿੱਟ ਤਾਂ ਹੀ ਹੋ ਸਕਦਾ, ਤੁਸੀਂ ਦੇਖਣਾ ਵਾ ਕਿ ਹਾਂਜੀ ਵੀਕ ਪੁਆਇੰਟ ਤੁਹਾਡਾ ਕਿਹੜਾ ਵਾ, ਕਿਹੜੇ ਸਬਜੈਕਟ ਦੇ ਵਿੱਚੋਂ ਤੁਹਾਨੂੰ ਦਿੱਕਤ ਆਈ ਆ ਅਤੇ ਕਿਹੜਾ ਸਬਜੈਕਟ ਤੁਸੀਂ ਫੋਲੋ ਕਰਨਾ ਵਾ, ਠੀਕ ਹੈ ਜੀ। ਸੋ ਮੈਂ ਕੀ ਕੀਤਾ ਸੀ, 7 ਤੋਂ 8 ਘੰਟੇ ਤਿਆਰੀ ਕਰਦਾ ਹੁੰਦਾ ਸੀਗਾ। ਸੋ ਬਹੁਤ ਮੁਸ਼ਕਿਲ ਦਾ ਇਹ ਤੁਹਾਡਾ ਟਾਈਮ ਟੇਬਲ ਤੁਹਾਡੇ 'ਤੇ ਡਿਪੈਂਡ ਕਰਦਾ। ਜਦੋਂ ਤੁਹਾਡੇ ਕੋਲ ਟਾਈਮ ਆ, ਜੇ ਤੁਹਾਨੂੰ ਰਾਤ ਨੂੰ ਪੜ੍ਹਨਾ ਵਧੀਆ ਲੱਗਦਾ ਰਾਤ ਨੂੰ ਪੜ੍ਹੋ, ਸਵੇਰੇ ਪੜ੍ਹਨਾ ਵਧੀਆ ਲੱਗਦਾ ਸਵੇਰੇ ਪੜ੍ਹੋ, ਠੀਕ ਹੈ। 6 ਦਿਨ ਸਟੱਡੀ ਕਰੋ ਅਤੇ 1 ਦਿਨ ਬ੍ਰੇਕ ਜ਼ਰੂਰ ਲੈਣੀ ਆ, ਠੀਕ ਆ। ਕੋਈ ਦਿਨ ਰੱਖ ਲਓ, ਜ਼ਰੂਰੀ ਨਹੀਂ ਹੁੰਦਾ ਕਿ ਐਤਵਾਰ ਹੀ ਰੱਖਣਾ ਵਾ। ਤੁਸੀਂ ਵਿੱਚ ਦੀ ਸੋਮਵਾਰ, ਮੰਗਲਵਾਰ, ਬੁੱਧਵਾਰ ਜਿੱਦਣ ਤੁਹਾਨੂੰ ਕੰਫਰਟੇਬਲ, ਜਿੱਦਣ ਤੁਹਾਨੂੰ ਇਹ ਲੱਗੇ ਕਿ ਹਾਂਜੀ ਅੱਜ ਮੈਂ ਬ੍ਰੇਕ ਕਰਨੀ ਆ, ਦੈਨ 1 ਹਫ਼ਤੇ 'ਚ 1 ਬ੍ਰੇਕ ਜ਼ਰੂਰ ਲੈਣੀ ਆ। ਉਹਦੇ ਵਿੱਚ ਤੁਸੀਂ ਬਿਲਕੁਲ ਵੀ ਪੜ੍ਹਨਾ ਨਹੀਂ ਗਾ। ਸੋ ਮੈਂ ਸਿੱਧਾ ਕਹਿੰਦਾ ਜੀ ਬਿਲਕੁਲ ਵੀ ਨਹੀਂ ਪੜ੍ਹਨਾ, ਆਪਦਾ ਮਾਈਂਡ ਫਰੈਸ਼ ਕਰੋ, ਆਪਦਾ ਵਧੀਆ ਦੋਸਤਾਂ ਨਾਲ ਤੁਸੀਂ ਜਾਣਾ ਵਾ, ਬਾਹਰ ਘੁੰਮਣਾ ਵਾ, ਜਾਂ ਕੋਈ ਮੂਵੀ ਵਗੈਰਾ ਦੇਖਣੀ ਆ, ਕਿਸੇ ਨੂੰ ਕੋਈ ਸਪੋਰਟਸ ਦਾ ਫੁੱਟਬਾਲ, ਵਾਲੀਬਾਲ, ਕ੍ਰਿਕਟ ਦਾ ਸ਼ੌਂਕ ਆ, ਦੈਨ ਉਹ ਆਪਦਾ ਸਪੋਰਟਸ ਖੇਡੋ, ਠੀਕ ਆ। ਸੋ ਤੁਸੀਂ ਆਪਦਾ ਨਾਲ ਨਾ ਮਾਈਂਡ ਨੂੰ ਇਸ ਤਰ੍ਹਾਂ ਰੱਖਣਾ ਵਾ ਕਿ ਮਾਈਂਡ ਦੇ ਉੱਤੇ ਇੰਨਾ ਜ਼ਿਆਦਾ ਪ੍ਰੈਸ਼ਰ ਨਹੀਂ ਪਾਉਣਾ, ਕਿਉਂਕਿ ਜਦੋਂ ਤੁਸੀਂ ਜ਼ਿਆਦਾ ਪ੍ਰੈਸ਼ਰ ਪਾਓਗੇ ਉਹਦੇ ਨਾਲ ਤੁਹਾਡੇ ਪੇਪਰ ਦੇ ਵਿੱਚ ਵਧੀਆ ਪਰਫੋਰਮੈਂਸ ਨਹੀਂ ਹੋਣ ਲੱਗੀ। ਸੋ ਆਪਦਾ 6 ਦਿਨ ਪੜ੍ਹੋ, ਬਟ ਜਿੰਨਾ ਟਾਈਮ ਵੀ ਤੁਸੀਂ ਪੜ੍ਹਨਾ, ਮੈਂ 7 ਤੋਂ 8 ਘੰਟੇ ਪਹਿਲਾਂ ਪੜ੍ਹਦਾ ਹੁੰਦਾ ਸੀ ਜਦੋਂ ਮੇਰਾ ਸਿਲੇਬਸ ਕੰਪਲੀਟ ਨਹੀਂ ਹੋਇਆ ਸੀ, ਕਿਉਂਕਿ ਨੋਟਸ ਬਣਾਉਣੇ ਪੈਂਦੇ ਨੇ, ਠੀਕ ਆ। ਸੋ ਚਾਹੇ ਮੈਥ ਹੋ ਗਿਆ, ਚਾਹੇ ਰੀਜ਼ਨਿੰਗ ਹੋ, ਇੱਕ ਵਾਰੀ ਤੁਹਾਡੇ ਨੋਟਸ ਬਣ ਗਏ ਨਾ, ਨੋਟਸ ਬਣਾਉਣ ਤੋਂ ਬਾਅਦ ਤੁਹਾਡਾ ਟਾਈਮ, ਉਸ ਤੋਂ ਬਾਅਦ ਮੈਂ 5 ਤੋਂ 6 ਘੰਟੇ ਕਰ ਦਿੱਤਾ ਸੀ। ਸੋ ਫਿਰ ਵੀ ਕਰਦੇ ਆਲਮੋਸਟ ਮੈਨੂੰ ਤੁਸੀਂ ਲਗਾ ਸਕਦੇ ਹੋ ਕਿ 1 ਸਾਲ ਲੱਗ ਗਿਆ ਸੀਗਾ। ਸਟਾਰਟਿੰਗ ਦੇ ਵਿੱਚ ਮੇਰਾ 3 ਤੋਂ 4 ਮਹੀਨੇ ਇਸ ਤਰ੍ਹਾਂ ਰਿਹਾ ਕਿ ਕੁਛ ਪਤਾ ਨਹੀਂ ਸੀ ਲੱਗਦਾ ਹੁੰਦਾ ਕਿ ਕਿਹੜੇ ਟੀਚਰ ਨੂੰ ਫੋਲੋ ਕਰਨਾ ਵਾ। ਜ਼ਿਆਦਾਤਰ ਮੈਂ ਸੈਲਫ ਸਟੱਡੀ ਹੀ ਕੀਤੀ ਆ, ਪਰ ਜਿਹਦੇ ਵਿੱਚ ਮੈਨੂੰ ਡਾਊਟ ਆਉਂਦਾ, ਜਿਵੇਂ ਕਿ ਮੈਥ ਅਤੇ ਰੀਜ਼ਨਿੰਗ ਦੇ ਵਿੱਚ ਤੁਹਾਨੂੰ ਟੀਚਰ ਨੂੰ ਫੋਲੋ ਕਰਨਾ ਬਹੁਤ ਜ਼ਰੂਰੀ ਆ। ਟੀਚਰ ਤੁਹਾਨੂੰ ਮਤਲਬ ਕਿ ਇੱਕ ਗੁਰੂ ਦੀ ਲੋੜ ਪੈਣੀ ਹੀ ਪੈਣੀ ਆ ਜੇ ਤੁਹਾਡਾ ਵਧੀਆ ਨਹੀਂ ਗਾ। ਜਿੱਦਾਂ ਕਿ ਜਿਹੜੇ ਕੈਂਡੀਡੇਟ ਦਾ ਪਹਿਲਾਂ ਤੋਂ ਵਧੀਆ ਮੈਥ ਰੀਜ਼ਨਿੰਗ ਆ, ਹੁਣੇ ਰੀਸੈਂਟਲੀ ਉਹਨੇ ਮਤਲਬ ਕਿ ਕਾਲਜ ਪਾਸ ਆਊਟ ਕੀਤਾ ਵਾ, ਦੈਨ ਉਹਦੇ ਲਈ ਜ਼ਿਆਦਾ ਦਿੱਕਤ ਨਹੀਂ ਹੈਗੀ। ਜਿਹਦਾ ਵਿੱਚ ਦੀ ਗੈਪ ਪੈ ਗਿਆ ਜਾਂ ਮੈਥ ਰੀਜ਼ਨਿੰਗ ਵਧੀਆ ਨਹੀਂ, ਉਹਨੂੰ ਟੀਚਰ ਨੂੰ ਜ਼ਰੂਰ ਫੋਲੋ ਕਰਨਾ। ਪਰ ਇਹ ਤੁਸੀਂ ਬਹੁਤ ਦੇਖ ਕੇ ਫੋਲੋ ਕਰਨਾ ਕਿ ਜਿਹੜੇ ਵੀ ਟੀਚਰ ਨੂੰ ਤੁਸੀਂ ਫੋਲੋ ਕਰਦੇ ਹੋ ਉਹਦਾ ਕੰਟੈਂਟ ਕੀ ਐਗਜ਼ਾਮ ਦੇ ਪੁਆਇੰਟ ਆਫ ਵਿਊ ਨਾਲ ਹੈਗਾ, ਪੇਪਰ ਦੇ ਵਿੱਚ ਉਹ ਚੀਜ਼ ਆ ਰਹੀ ਆ। ਇਹ ਚੀਜ਼ਾਂ ਤੁਸੀਂ ਦੇਖ ਕੇ ਫੋਲੋ ਕਰਨਾ, ਕਿਉਂਕਿ ਇੰਪੋਰਟੈਂਟ ਤੁਹਾਡੇ ਲਈ ਟਾਈਮ ਹੁੰਦਾ ਵਾ। ਮੇਰੇ ਸਟਾਰਟਿੰਗ ਦੇ ਵਿੱਚ 3 ਤੋਂ 4 ਮਹੀਨੇ ਤੁਸੀਂ ਲਗਾ ਸਕਦੇ ਹੋ ਇਸ ਤਰ੍ਹਾਂ ਦੇ ਗਏ ਨੇ ਕਿ ਜ਼ੀਰੋ ਪ੍ਰੈਪਰੇਸ਼ਨ ਰਹੀ ਆ ਮੇਰੀ, ਜਿਹਦੇ ਕਰਕੇ ਕਿ ਮੈਨੂੰ ਟਾਈਮ ਲੱਗ ਗਿਆ, ਲਗਭਗ 1 ਸਾਲ ਹੀ ਲੱਗ ਗਿਆ ਸੀਗਾ ਮੈਨੂੰ ਪੇਪਰ ਕਰੈਕ ਕਰਨ ਨੂੰ। ਸੋ ਮੈਂ ਇਹੀ ਚਾਹੁੰਦਾ ਕਿ ਜੇਕਰ ਤੁਸੀਂ ਅੱਜ ਤਿਆਰੀ ਕਰਨ ਲੱਗੇ ਹੋ, ਜੇਕਰ ਤੁਸੀਂ ਸਹੀ ਡਾਇਰੈਕਸ਼ਨ ਦੇ ਵਿੱਚ ਤਿਆਰੀ ਕਰਦੇ ਹੋ ਤਾਂ ਤੁਸੀਂ 6 ਤੋਂ 8 ਮਹੀਨੇ ਦੇ ਵਿੱਚ ਪੇਪਰ ਕਰੈਕ ਕਰ ਸਕਦੇ ਹੋ, ਠੀਕ ਆ। ਅੱਗੇ ਬਹੁਤ ਪੇਪਰ ਆਉਣੇ ਆ, ਪਟਵਾਰੀ ਦਾ ਪੇਪਰ ਆ ਰਿਹਾ ਵਾ ਨਵਾਂ, ਉਹਦੇ ਵਿੱਚ ਵੀ ਤੁਹਾਨੂੰ ਫਾਇਦਾ ਮਿਲੇਗਾ ਇਸ ਚੀਜ਼ ਦਾ। ਸੋ ਪੂਰੀ ਵਧੀਆ ਤਰੀਕੇ ਨਾਲ ਤੁਸੀਂ ਤਿਆਰੀ ਕਰਨੀ ਆ। ਥੋੜ੍ਹਾ ਔਖਾ ਲੱਗੇਗਾ ਪਹਿਲਾਂ, ਬਟ ਜਿਵੇਂ ਤੁਸੀਂ ਅੱਗੇ ਵਧੋਗੇ ਤਾਂ ਤੁਹਾਡੇ ਲਈ ਸਾਰੀਆਂ ਚੀਜ਼ਾਂ ਆਸਾਨ ਹੁੰਦੀਆਂ ਜਾਣਗੀਆਂ। ਥੋੜ੍ਹਾ ਪੇਸ਼ੈਂਸ ਰੱਖਿਓ, ਕਿਉਂਕਿ ਪੇਸ਼ੈਂਸ ਤੋਂ ਬਿਨਾਂ ਮਤਲਬ ਕਿ ਜੇਕਰ ਤੁਸੀਂ ਇਹ ਸੋਚੋਗੇ ਕਿ ਲੱਗਦੇ ਸਾਰ ਤੁਸੀਂ ਅੱਜ ਤਿਆਰੀ ਕਰਨੀ ਸ਼ੁਰੂ ਕੀਤੀ 1 ਮਹੀਨੇ ਬਾਅਦ ਪੇਪਰ ਕਲੀਅਰ ਹੋ ਜਾਏ, ਇਸ ਤਰ੍ਹਾਂ ਨਹੀਂ ਹੁੰਦਾ। ਬਹੁਤ ਸਿਲੇਬਸ ਹੁੰਦਾ, ਬਹੁਤ ਕੰਪੀਟੀਸ਼ਨ ਦਾ ਦੌਰ ਚੱਲਦਾ ਪਿਆ ਵਾ। ਦੈਨ ਤੁਹਾਨੂੰ ਪੜ੍ਹਨਾ ਪੈਣਾ ਵਾ, ਇੱਕ ਰੂਟੀਨ ਦੇ ਵਿੱਚ ਲਗਾਤਾਰ ਪੜ੍ਹਨਾ ਪੈਣਾ ਵਾ। ਜਦੋਂ ਤੱਕ ਤੁਹਾਡਾ ਪੇਪਰ ਕਲੀਅਰ ਨਹੀਂ ਹੁੰਦਾ, ਸਟ੍ਰੈਸ ਨਹੀਂ ਲੈਣੀ, ਸਿਰਫ ਇੱਕ ਪੇਸ਼ੈਂਸ ਰੱਖਣੀ ਆ ਅਤੇ ਆਪਦੇ ਗੋਲ ਦੇ ਉੱਤੇ ਫੋਕਸ ਕਰਨਾ ਵਾ।
ਸੋ ਤੁਹਾਡਾ ਪੇਪਰ ਆਰਾਮ ਨਾਲ ਕਲੀਅਰ ਹੋਏਗਾ ਜੀ। ਅੱਗੇ ਜੀ ਸਿਲੇਬਸ ਆ ਗਿਆ ਜੀ ਆਪਣਾ। ਸਿਲੇਬਸ ਕੰਪਲੀਟ ਹੋਣ ਤੋਂ ਬਾਅਦ ਮੈਂ ਤੁਹਾਨੂੰ ਕਿਹਾ ਕਿ 5 ਤੋਂ 6 ਘੰਟੇ ਵੀ ਤੁਸੀਂ ਪੜ੍ਹ ਸਕਦੇ ਹੋ, ਉਹ ਤੁਹਾਡੇ ਤੇ ਡਿਪੈਂਡ ਕਰਦਾ। ਜੇਕਰ ਤੁਹਾਡੇ ਮੌਕ ਟੈਸਟ ਤੁਸੀਂ ਲਾ ਰਹੇ ਹੋ, ਤੁਹਾਨੂੰ ਲੱਗਦਾ ਕਿ ਮੈਰਿਟ ਦੇ ਅਕੋਰਡਿੰਗ ਤੁਸੀਂ ਸਹੀ ਜਾ ਰਹੇ ਹੋ, ਵਧੀਆ ਨੰਬਰ ਆ ਰਿਹਾ, ਤੁਸੀਂ 3 ਤੋਂ 4 ਘੰਟੇ ਵੀ ਪੜ੍ਹ ਸਕਦੇ ਹੋ। ਜੇ ਤੁਹਾਨੂੰ ਲੱਗਦਾ ਜਿੱਦਾਂ ਕਿ ਮੈਨੂੰ ਨਹੀਂ ਲੱਗਦਾ ਸੀਗਾ ਕਿ ਹਾਂਜੀ ਮੈਂ ਮੈਰਿਟ ਤੱਕ ਪਹੁੰਚ ਸਕਦਾ ਵਾਂ, ਦੈਨ ਮੈਨੂੰ ਥੋੜ੍ਹੀ ਜਿਹੀ ਐਕਸਟਰਾ ਮਿਹਨਤ ਕਰਨੀ ਪਈ। ਸੋ ਉਹ ਚੀਜ਼ ਮਿਹਨਤ ਤੁਹਾਨੂੰ ਕਰਨੀ ਪੈਣੀ ਆ, ਪਰ ਸਹੀ ਡਾਇਰੈਕਸ਼ਨ ਦੇ ਵਿੱਚ। ਜ਼ਰੂਰੀ ਨਹੀਂ ਹੁੰਦਾ ਕਿ 8 ਘੰਟੇ ਜੇ ਤੁਸੀਂ ਪੜ੍ਹਦੇ ਹੋ ਉਹਦੇ ਵਿੱਚ ਤੁਸੀਂ 4 ਘੰਟੇ ਵੀਡੀਓ ਦੇਖਦੇ ਹੋ, ਤਾਂ ਵੀਡੀਓ ਵੀ ਤੁਹਾਡਾ ਟਾਈਮ ਖਰਾਬ ਕਰੇਗੀ। ਮੈਂ ਖੁਦ ਕਹਿੰਦਾ, ਮੇਰੀ ਖੁਦ ਵੀਡੀਓ ਬਣਾਈ ਹੁੰਦੀ ਆ YouTube ਦੇ ਉੱਤੇ। ਮੈਂ ਹਮੇਸ਼ਾ ਕਹਿੰਦਾ ਜੇ ਤੁਹਾਨੂੰ ਲੱਗਦਾ ਕਿ ਵੀਡੀਓ ਮੇਰੀ ਟਾਈਮ ਤੁਹਾਡਾ ਖਰਾਬ ਕਰ ਰਹੀ ਆ, ਤਾਂ ਤੁਸੀਂ ਸਿੱਧਾ PDF ਤੋਂ ਕਰੋਗੇ। PDF ਆਪਾਂ ਫ੍ਰੀ ਆਫ ਕਾਸਟ ਸ਼ੇਅਰ ਕੀਤੀ ਹੋਈ ਆ YouTube ਆਪਣੇ ਟੈਲੀਗ੍ਰਾਮ ਚੈਨਲ ਦੇ ਉੱਤੇ। ਇਹ ਤੁਹਾਡੇ ਤੇ ਡਿਪੈਂਡ ਕਰਦਾ। ਕਈ ਵਾਰ ਕੁਛ ਕੈਂਡੀਡੇਟ ਨੂੰ ਹੁੰਦਾ ਕਿ ਬੋਲਿਆ ਹੋਇਆ ਸਮਝ ਆਉਂਦਾ, ਜਿੱਦਾਂ ਕਿ ਮੈਨੂੰ ਵੀ ਕੁਛ ਇੱਦਾਂ ਦੇ ਟੌਪਿਕ ਸੀਗੇ ਜਿਹੜੇ ਕਿ ਜਿੱਦਾਂ ਕਿ ਪੋਲਿਟੀ ਹੋ ਗਿਆ। ਮੈਂ ਪੋਲਿਟੀ ਮਤਲਬ ਕਿ ਕੋਈ ਟੀਚਰ ਨੇ ਕਰਵਾਈ ਤਾਂ ਉਹਨਾਂ ਤੋਂ ਕੀਤੀ, ਫਿਰ ਮੈਨੂੰ ਜ਼ਿਆਦਾ ਵਧੀਆ ਸਮਝ ਆਈ। ਸਟੈਟਿਕ ਜੀਕੇ ਦੇ ਵਿੱਚ ਤੁਸੀਂ ਚੀਜ਼ਾਂ ਯਾਦ ਕਰਨੀਆਂ, ਫੈਕਚੁਅਲ ਇਨਫੋਰਮੇਸ਼ਨ ਤੁਸੀਂ ਯਾਦ ਕਰਨੀ ਹੁੰਦੀ ਆ, ਪਰ ਇੱਕ ਵਾਰੀ ਤੁਸੀਂ ਉਹ ਚੀਜ਼ਾਂ ਨੂੰ ਸਮਝ ਲਓਗੇ ਤਾਂ ਤੁਹਾਡੇ ਲਈ ਈਜ਼ੀ ਹੋ ਜਾਏਗਾ, ਠੀਕ ਹੈ। ਕਿਉਂਕਿ ਜਿਵੇਂ ਜਿਵੇਂ ਅੱਗੇ ਵੀ ਤੁਸੀਂ ਜੇਕਰ ਕੋਈ ਹੋਰ ਵੀ ਪੇਪਰ ਦਿਓਗੇ PPSC ਦਾ ਵੀ, ਤਾਂ ਉਹਦੇ ਲਈ ਵੀ ਤੁਹਾਨੂੰ ਥਿਊਰੀ ਕਰਨੀ ਹੀ ਪਏਗੀ। ਸੋ ਫਿਲਹਾਲ ਜਿਹੜਾ ਤੁਹਾਡਾ ਫੋਕਸ ਆ ਉਹਦੇ ਉੱਤੇ ਤੁਸੀਂ ਰਹਿਣਾ ਵਾ, ਠੀਕ ਆ। ਟਾਰਗੇਟ ਆ ਜਿਹੜਾ ਤੁਹਾਡਾ। ਅੱਗੇ ਆ ਗਿਆ ਜੀ ਸਿਲੇਬਸ ਕੰਪਲੀਟ ਤੋਂ ਬਾਅਦ ਮੈਂ ਤੁਹਾਨੂੰ ਕਿਹਾ ਕਿ 6 ਕਰਤਾ। ਇੱਕ ਆਪਦੇ ਨੋਟਸ ਜ਼ਰੂਰ ਬਣਾਉਣੇ ਆ। ਮੈਂ ਹਮੇਸ਼ਾ ਕੋਈ ਵੀ ਸਬਜੈਕਟ ਆ ਆਪਦੇ ਨੋਟਸ ਜ਼ਰੂਰ ਬਣਾਓ ਅਤੇ ਉਹਨਾਂ ਨੂੰ ਸਮੇਂ-ਸਮੇਂ 'ਤੇ ਰਿਵਾਈਜ਼ ਕਰੋ, ਠੀਕ ਆ। ਜੀਕੇ ਲਈ ਬੇਸ਼ੱਕ ਤੁਸੀਂ ਨੋਟਸ ਨਾ ਬਣਾਇਓ, ਕਿਉਂਕਿ ਮੇਰੇ ਨੋਟਸ ਉਸ ਅਕੋਰਡਿੰਗ ਹੀ ਪੰਜਾਬੀ ਅਤੇ ਇੰਗਲਿਸ਼ 'ਚ ਤਿਆਰ ਕੀਤੇ ਹੋਏ ਨਾ, ਲਗਭਗ ਤੁਹਾਨੂੰ ਨੋਟਸ ਵਾਂਗੂ ਹੀ ਦਿਖਣ ਨੂੰ ਮਿਲਣਗੇ, ਕਿਉਂਕਿ ਮੈਂ ਖੁਦ ਉਹੋ ਜਿਹੇ ਨੋਟਸ ਹੀ ਬਣਾਏ ਸੀ। ਸੋ ਉਸ ਅਕੋਰਡਿੰਗ ਹੀ ਮੈਂ ਤੁਹਾਨੂੰ ਨੋਟਸ ਸੈੱਟ ਕਰਕੇ ਦੇਵਾਂਗੇ। ਸੋ ਜੀਕੇ ਦੇ ਵਿੱਚ ਆਲਵੇਜ਼ ਮੇਰਾ ਠੀਕ ਸਕੋਰ ਹੁੰਦਾ ਸੀਗਾ। ਸੋ ਇਹਦੇ ਵਿੱਚ ਕਿਉਂਕਿ ਚੀਜ਼ਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੁੰਦਾ। ਚੀਜ਼ਾਂ ਤੁਹਾਨੂੰ ਤਾਂ ਹੀ ਸਮਝ ਆਉਣਗੀਆਂ ਜੇ ਤੁਸੀਂ ਉਹ ਚੀਜ਼ ਪੜ੍ਹੋਗੇ ਜਿਹੜੀ ਪੇਪਰ 'ਚ ਆਉਂਦੀ ਆ, ਠੀਕ ਆ। ਸੋ ਉਹ ਚੀਜ਼ਾਂ ਉਸ ਨੂੰ ਧਿਆਨ 'ਚ ਰੱਖਦੇ ਹੋਏ ਮੈਂ ਤੁਹਾਨੂੰ ਕਰਵਾਇਆ ਹੋਇਆ ਵਾ। ਦੈਨ ਇਹ ਸੀਗਾ ਜੀ ਅੱਜ ਦੀ ਆਪਣੀ ਵੀਡੀਓ। ਜੇਕਰ ਤੁਸੀਂ ਹੁਣ ਰਹੀ ਗੱਲ ਜੀ ਮੈਰਿਟ ਦੀ, ਆਮ ਤੌਰ ਦੇ ਉੱਤੇ ਜਿਹੜੀ ਬੇਸਿਕ ਜਿਹੜੀ ਮਤਲਬ ਕਿ ਜਿਹੜੀ ਆਪਾਂ ਨੂੰ ਨੀਡ ਆ ਕਿ ਮੈਰਿਟ 'ਚ ਕਿਵੇਂ ਆਉਣਾ। ਦੇਖੋ ਜੀ ਸਿੱਧੀ ਜੀ ਗੱਲ ਆ ਜੀ, ਇਹਦੇ ਵਿੱਚ ਜੇਕਰ ਤੁਹਾਨੂੰ ਲੱਗ ਰਿਹਾ ਕਿ ਤੁਹਾਡੀ, ਚਲੋ ਆਪਾਂ ਓਪਨ ਕੈਟਾਗਰੀ ਦੀ ਗੱਲ ਕਰਦੇ ਹਾਂ। ਮੰਨ ਲਓ ਕਿ ਓਪਨ ਕੈਟਾਗਰੀ ਦੀ 80 ਜਾਂਦੀ ਹੈ, ਠੀਕ ਹੈ। ਜਿੱਦਾਂ ਕਿ ਹੁਣ ਤੁਸੀਂ ਲਗਾਓਗੇ ਕਿ 1000 ਚੋਂ ਲਗਭਗ 600 ਕੱਟ, ਚਲੋ ਆਪਾਂ PSSB ਕਲਰਕ ਤੇ ਲਗਾ ਲੈਂਦੇ ਹਾਂ, ਠੀਕ ਹੈ ਜੀ ਗੱਲ। ਇਹਦੀ ਮੰਨ ਲਓ 1000 ਚੋਂ 600 ਗਈ ਆ ਨੋਰਮਲਾਈਜੇਸ਼ਨ, ਲਗਭਗ 60-62% ਲਗਾ ਲਓ ਤੁਸੀਂ, ਹੈ ਨਾ। 61% ਕੱਟ ਆਫ ਤੁਸੀਂ ਮੰਨ ਲਓ ਕਿ ਹਾਂਜੀ ਗਈ ਆ, ਬਟ ਇਹਦੇ ਵਿੱਚ 3000 ਪੋਸਟ ਸੀਗੀ, 3000 ਪੋਸਟ ਸੀ, ਬਟ ਅੱਗੇ ਇੰਨੀਆਂ ਪੋਸਟਾਂ ਨਹੀਂ ਆ। ਦੈਨ ਜੇਕਰ ਆਪਾਂ ਲਗਾਈਏ ਕਿ 70% ਵੀ ਚਲੋ ਆਪਾਂ ਲਗਾ ਦਿੰਦੇ ਹਾਂ, ਠੀਕ ਆ, ਕਿ 75% ਆਪਾਂ ਕੱਟ ਆਫ ਲਗਾ ਲੈਂਦੇ ਹਾਂ, ਠੀਕ ਆ। ਅੱਗੇ ਟਾਈਪਿੰਗ ਵਾਲੀ ਸਿਰਫ ਕਲੈਰੀਕਲ ਦੀ। ਇਸ ਤੋਂ ਬਾਅਦ ਜਿਹੜੀਆਂ ਆਪਣੀਆਂ ਪੋਸਟਾਂ ਜਿੱਦਾਂ ਕਿ ਪਟਵਾਰੀ, ਇਹਦੀ ਜ਼ਿਆਦਾ ਜਾਏਗੀ, ਤੁਸੀਂ ਦੇਖਦੇ ਹੋ ਕਿ ਜ਼ਿਆਦਾ ਜਾਂਦੀ ਆ, ਹੈ ਨਾ। ਸੋ ਕਲੈਰੀਕਲ ਪੋਸਟ ਦੀ ਮੈਂ ਗੱਲ ਕਰਦਾ ਮੈਂ ਕਿ 75% ਜੇਕਰ ਕੱਟ ਆਫ ਜਾਂਦੀ ਆ ਐਟ ਦੀ ਐਂਡ ਟਾਈਪਿੰਗ ਤੋਂ ਬਾਅਦ, ਅਤੇ ਟਾਈਪਿੰਗ ਕਰਨੀ ਬਹੁਤ ਜ਼ਰੂਰੀ ਆ। ਨਾਲ ਥੋੜ੍ਹੀ ਟਾਈਪਿੰਗ ਕਰਦੇ ਰਹੋ, ਤਾਂ ਤੁਸੀਂ ਦੇਖਣਾ ਕਿ ਜੇਕਰ ਤੁਸੀਂ ਮਤਲਬ ਕਿ ਮੌਕ ਟੈਸਟ ਲਗਾਉਂਦੇ ਹੋ ਤਾਂ ਕੀ ਤੁਹਾਡੇ 75% ਨੰਬਰ ਆਉਂਦੇ ਨੇ ਕਿ ਨਹੀਂ ਆਉਂਦੇ ਨੇ। ਜੇ ਤੁਹਾਡੇ 75% ਨੰਬਰ ਆਉਂਦੇ ਨੇ ਦੈਨ ਤੁਹਾਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਗੀ। ਜੇਕਰ ਤੁਹਾਡੇ ਇਹੀ ਨੰਬਰ 60% ਤੋਂ ਵੱਧ ਨਹੀਂ ਆ ਰਹੇਗੇ ਦੈਨ ਪ੍ਰੋਬਲਮ ਵਾਲੀ ਗੱਲ ਆ। ਫਿਰ ਤੁਸੀਂ ਦੇਖਣਾ ਕਿ ਕਿਹੜੇ ਇਹੋ ਜਿਹੇ ਟੌਪਿਕ ਨੇ ਜਿਹਦੇ ਵਿੱਚ ਕਿ ਮਤਲਬ ਇਹ ਇੱਕ ਐਗਜ਼ਾਮਪਲ ਦਿੱਤੀ ਆ ਕਿ ਹਾਂਜੀ ਇੰਨੀ ਜਾਏਗੀ। ਉਹ ਇਹ ਪੇਪਰ ਦੇ ਲੈਵਲ 'ਤੇ ਡਿਪੈਂਡ ਕਰਦਾ ਕਿ 70% ਜਾਂਦੀ ਆ, 80% ਜਾਂਦੀ ਆ, ਜਾਂ ਕਿੰਨੀ ਜਾਂਦੀ ਆ। ਜਿੱਦਾਂ ਕੋਆਪਰੇਟਿਵ ਕਲਰਕ ਦੀ 78% ਦੇ ਅਰਾਊਂਡ ਗਈ ਸੀਗੀ ਕੱਟ ਆਫ। ਸੋ ਇਹ ਪੇਪਰ ਦੇ ਲੈਵਲ, ਕਿਉਂਕਿ ਪੇਪਰ ਦਾ ਲੈਵਲ ਈਜ਼ੀ ਸੀ। ਜੇਕਰ ਪੇਪਰ ਦਾ ਲੈਵਲ ਥੋੜ੍ਹਾ ਮੁਸ਼ਕਿਲ ਹੋਏਗਾ ਤਾਂ ਉਹੀ ਕੱਟ ਆਫ 70 ਤੇ ਵੀ ਜਾ ਸਕਦੀ ਆ। ਸੋ ਇਹ ਤੁਸੀਂ ਇਹੀ ਚੀਜ਼ ਦੇਖਣੀ ਆ ਕਿ ਹਾਂਜੀ ਤੁਸੀਂ ਕਿਸ ਤਰ੍ਹਾਂ ਉਹਨੂੰ ਫੋਲੋ ਕਰਨਾ। ਸੋ ਮੇਨ ਇਹੀ ਤੁਹਾਡਾ ਧਿਆਨ ਹੋ, ਇਹ ਤੁਹਾਨੂੰ ਪਤਾ ਕਿੱਥੋਂ ਲੱਗੇਗਾ। ਹੁਣ ਮੇਨ ਚੀਜ਼ ਆ, ਮੰਨ ਲਓ 120 ਨੰਬਰ ਦਾ ਤੁਸੀਂ ਪੇਪਰ ਲਾਤਾ, 120 ਨੰਬਰ ਦਾ ਤੁਸੀਂ ਕੋਈ ਵੀ ਪੇਪਰ ਅਟੈਂਪਟ ਕੀਤਾ, ਉਹਦੇ 'ਚੋਂ ਤੁਸੀਂ ਦੇਖਣਾ ਕਿ ਕੀ ਤੁਹਾਡੇ ਨੰਬਰ 80-85 ਨੰਬਰ ਬਣਦੇ ਪਏ ਨੇ ਕਿ ਨਹੀਂ ਬਣਦੇ ਪਏ ਨੇ, ਠੀਕ ਆ। ਜੇਕਰ ਤੁਹਾਡੇ ਉਹ ਨੰਬਰ ਬਣਦੇ ਪਏ ਨੇ ਤਾਂ ਦੈਨ ਕੋਈ ਦਿੱਕਤ ਵਾਲੀ ਗੱਲ ਨਹੀਂ ਗੀ। ਤੁਸੀਂ ਆਪਦਾ ਤਿਆਰੀ ਕਰੋ ਅਤੇ ਰਿਵੀਜ਼ਨ ਕਰਦੇ ਰਹੋ। ਜੇ ਤੁਹਾਨੂੰ ਲੱਗਦਾ ਕਿ ਨੰਬਰ ਤੁਹਾਡੇ 60 ਹੀ ਬਣਦੇ ਪਏ ਨੇ 120 ਚੋਂ, ਜਾਂ 55 50 ਹੀ ਬਣਦੇ ਪਏ ਨੇ ਅਤੇ ਕੱਟ ਆਫ 80 ਜਾ ਰਹੀ ਆ, 70 ਜਾ ਗਈ ਆ ਪਿਛਲੇ ਪੇਪਰ ਦੀ, ਦੈਨ ਤੁਸੀਂ ਉਸ ਅਕੋਰਡਿੰਗ ਆਪਦੀ ਤਿਆਰੀ ਕਰਨੀ ਆ। ਅਤੇ ਅੱਗੇ ਦੀ ਅੱਗੇ ਤੁਸੀਂ ਜਿਹੜੇ ਸਬਜੈਕਟ ਵੀਕ ਆ, ਮੰਨ ਲਓ ਕਿ ਤੁਹਾਡਾ ਅੱਜ ਜੀਕੇ ਵੀਕ ਆ, ਜੀਕੇ ਦੇ ਵਿੱਚੋਂ ਤੁਹਾਡੇ ਨੰਬਰ ਘੱਟਦੇ ਪਏ ਤਾਂ ਜੀਕੇ ਨੂੰ ਜ਼ਿਆਦਾ ਟਾਈਮ ਦਿਓ। ਜੇਕਰ ਤੁਹਾਨੂੰ ਲੱਗਦਾ ਕਿ ਮੈਥ ਦੇ ਵਿੱਚੋਂ ਨੰਬਰ ਘੱਟਦੇ ਪਏ ਤਾਂ ਮੈਥ ਨੂੰ ਕਰਨਾ ਹੀ ਪੈਣਾ ਵਾ, ਤਾਂ ਨਾਲ ਥੋੜ੍ਹੀ ਟਾਈਪਿੰਗ ਨੂੰ ਵੀ ਟਾਈਮ ਦਿਓ। ਸੋ ਮੇਰਾ ਤੁਹਾਨੂੰ ਦੱਸਣ ਦਾ ਇਹੀ ਮਕਸਦ ਆ ਕਿ ਜੇਕਰ ਤੁਸੀਂ ਇਸ ਟਾਈਮ ਦੇ ਉੱਤੇ 90 ਨੰਬਰ ਵੀ ਲੈ ਜਾਓਗੇ, ਠੀਕ ਆ, ਕੱਟ ਆਫ ਤੁਹਾਡੀ 70 ਜਾਂਦੀ ਪਈ ਆ ਮੰਨ ਲਓ, ਦੈਨ 90 ਨੰਬਰ ਵੀ ਤੁਸੀਂ ਲੈ ਗਏ ਹੋ, ਬਟ ਟਾਈਪਿੰਗ ਟੈਸਟ ਤੁਸੀਂ ਕੁਆਲੀਫਾਈ ਨਹੀਂ ਕੀਤੇ, ਤੁਸੀਂ ਦੇਖਿਆ ਕਿ ਹਾਂਜੀ ਬਾਅਦ 'ਚ ਟਾਈਪਿੰਗ ਕਰਾਂਗੇ, ਪਹਿਲਾਂ ਇੱਕ ਵਾਰੀ ਪੂਰਾ ਇਹਦੇ ਉੱਤੇ ਹੀ ਰਿਟਨ ਟੈਸਟ 'ਤੇ ਫੋਕਸ ਕਰਨਾ ਵਾ, ਦੈਨ ਮੁਸ਼ਕਿਲ ਹੋ ਜਾਏਗੀ। ਕਿਉਂਕਿ ਪਿਛਲੀ ਵਾਰ ਟਾਈਮ ਥੋੜ੍ਹਾ ਮਿਲ ਗਿਆ ਸੀਗਾ ਸਾਡੇ, ਮੇਰੀ ਮਤਲਬ ਦਸੰਬਰ 'ਚ ਪੇਪਰ ਹੋਇਆ ਸੀ, ਦੈਨ ਜੁਲਾਈ ਦੇ ਵਿੱਚ ਜਾ ਕੇ
ਟਾਈਪਿੰਗ ਟੈਸਟ ਹੋਇਆ ਸੀ। ਸੋ ਬਟ ਮੈਂ ਕੀ ਕੀਤਾ ਸੀਗਾ, ਜਿਸ ਟਾਈਮ ਦੇ ਉੱਤੇ ਪੇਪਰ ਹੋਇਆ ਸੀ ਉਸ ਟਾਈਮ ਤੱਕ ਹੀ ਮੈਂ ਨਾਲ ਦੀ ਨਾਲ ਹੀ ਟਾਈਪਿੰਗ ਟੈਸਟ ਦੀ ਤਿਆਰੀ ਕਰਨ ਲੱਗ ਗਿਆ ਸੀਗਾ। ਸੋ ਥੋੜ੍ਹੀ ਬਹੁਤ ਟਾਈਪਿੰਗ ਮੈਂ ਸਿੱਖ ਗਿਆ ਸੀ ਉਸ ਟਾਈਮ ਤੱਕ ਜਦੋਂ ਪੇਪਰ ਹੋਇਆ ਸੀਗਾ। ਦੈਨ ਤੁਸੀਂ ਜ਼ਿਆਦਾ ਨਹੀਂ, ਮੈਂ ਇਹ ਕਹਿੰਦਾ ਕਿ ਤੁਸੀਂ 40 ਦੀ ਸਪੀਡ ਪਹਿਲਾਂ ਤੋਂ ਨਾਲ ਦੀ ਨਾਲ ਹੀ ਰੱਖਣੀ ਆ। ਇੱਕ ਵਾਰੀ ਤੁਸੀਂ ਬੇਸਿਕ ਕਲੀਅਰ ਕਰਕੇ ਰੱਖੋ ਕਿ ਹਾਂਜੀ ਘੱਟੋ ਘੱਟ ਤੁਹਾਡੀ 20-25 ਦੀ ਸਪੀਡ ਤਾਂ ਹੋਣੀ ਚਾਹੀਦੀ ਆ ਜਦੋਂ ਤੁਸੀਂ ਪੇਪਰ ਦੇਣ ਜਾਣਾ, 20-25-30 ਤੱਕ, ਜੇਕਰ ਤੁਸੀਂ ਹੁਣੇ ਰੀਸੈਂਟਲੀ ਤਿਆਰੀ ਕਰਨਾ ਹੈ। ਠੀਕ ਆ, ਸੋ ਨਾਲ ਦੀ ਨਾਲ ਟਾਈਪਿੰਗ ਦੀ ਵੀ ਤਿਆਰੀ ਰੱਖੋ। ਬਾਕੀ ਪੇਪਰਾਂ ਦੇ ਵਿੱਚ ਸਿਰਫ ਇਹ ਚੀਜ਼ ਨਾ ਸੋਚੋ ਕਿ ਟਾਈਪਿੰਗ ਟੈਸਟ ਟਾਈਪਿੰਗ ਹੋਏਗਾ, ਇਹਦੇ ਵਿੱਚ ਕਲਰਕ ਦੇ ਵਿੱਚ ਟਾਈਪਿੰਗ ਹੋਏਗਾ, ਦੈਨ ਤੁਸੀਂ ਤਿਆਰੀ ਨਹੀਂ ਕਰਨੀਗੀ, ਕਿਉਂਕਿ ਇਹ ਇੱਕ ਇਹੋ ਜਿਹਾ ਮੌਕਾ ਹੋਊਗਾ ਤੁਹਾਡੇ ਲਈ। ਜੇਕਰ ਤੁਹਾਡੇ ਬਾਕੀ ਦੇ ਪੇਪਰ ਜਿੱਦਾਂ ਕਿ ਐਗਜ਼ਾਈਜ਼ ਦੀ ਵੀ ਕੱਟ ਆਫ ਹਾਈ ਜਾਏਗੀ, ਵੀਡੀਓ ਦੀ ਵੀ ਹਾਈ ਜਾਏਗੀ, ਦੈਨ ਪਟਵਾਰੀ ਦਾ ਪੇਪਰ ਆ ਇਹਦੀ ਵੀ ਹਾਈ ਜਾਏਗੀ, ਅਤੇ ਕਾਂਸਟੇਬਲ ਲਈ ਜੇਕਰ ਤੁਸੀਂ ਤਿਆਰੀ ਕਰਦੇ ਤਾਂ ਨਾਲ ਤੁਸੀਂ ਫਿਜ਼ੀਕਲ ਦੀ ਤਿਆਰੀ ਰੱਖੋ, ਕਿਉਂਕਿ 6.5 ਮਿੰਟ ਦੇ ਵਿੱਚ ਤੁਸੀਂ ਆਪਣੀ ਦੌੜ ਵੀ ਕਲੀਅਰ ਕਰਨੀ ਆ, ਲੌਂਗ ਜੰਪ ਹਾਈ ਜੰਪ ਵੀ ਕਲੀਅਰ ਕਰਨਾ। ਦੈਨ ਇਹੀ ਚੀਜ਼ ਆ ਕਿ ਤੁਸੀਂ ਮਤਲਬ ਐਗਜ਼ਾਮ ਦੀ ਨੀਡ ਦੇ ਮੁਤਾਬਕ ਹੀ ਤੁਸੀਂ ਆਪਦੀ ਤਿਆਰੀ ਕਰਨੀ ਆ। ਦੈਨ ਇਹੀ ਆ ਕਿ ਕਲਰਕ ਦੇ ਪੇਪਰ ਦੇ ਵਿੱਚ ਇਸ ਤਰ੍ਹਾਂ ਵਾ, ਤੁਸੀਂ ਦੇਖੋ ਬਾਕੀ ਪੇਪਰਾਂ ਦੇ ਮੁਕਾਬਲੇ ਕਿਉਂਕਿ ਟਾਈਪਿੰਗ ਹੋਣ ਕਾਰਨ ਤੁਹਾਡੀ ਇਹ ਜਿਹੜੀ ਕੱਟ ਆਫ ਆ ਤੁਸੀਂ ਦੇਖੋਗੇ 10-15% ਥੱਲੇ ਹੀ ਜਾਏਗੀ। ਤੁਹਾਨੂੰ ਪੂਰਾ ਮੌਕਾ ਤੁਹਾਨੂੰ ਮਿਲੇਗਾ, 2 ਪੇਪਰ ਕਲਰਕ ਦੇ ਹੋਣਾ, 2 ਵਾਰੀ ਟਾਈਪਿੰਗ ਹੋਏਗੀ, ਪੂਰਾ ਆਪਦਾ ਫੋਕਸ ਲਾ ਕੇ ਜੇਕਰ ਤੁਸੀਂ ਤਿਆਰੀ ਕਰੋਗੇ ਤਾਂ ਆਰਾਮ ਨਾਲ ਇਹ ਪੇਪਰ ਕਲੀਅਰ ਕਰ ਸਕਦੇ ਹੋ। ਠੀਕ ਹੈ, ਦੈਨ ਆਪਣੇ ਚੈਨਲ ਦੇ ਉੱਤੇ 1500 ਪਲੱਸ ਕੁਐਸਚਨ ਤੁਸੀਂ ਕਰ ਸਕਦੇ ਹੋ ਲਗਾਏ ਹੋਏ ਨੇ ਪੇਪਰ ਦੇ ਵਿੱਚ। ਰੂਟੀਨ ਦੇ ਵਿੱਚ ਇਹ ਕੁਐਸਚਨ ਪੁੱਛੇ ਜਾ ਰਹੇ ਨੇ 2022 ਦੇ, ਚਾਹੇ ਤੁਸੀਂ ਸਾਰੇ ਕੁਐਸਚਨ ਪੇਪਰ ਚੱਕ ਕੇ ਦੇਖ ਲਓ ਜਿੰਨੇ ਵੀ ਅਜੇ ਤੱਕ ਹੋਏ ਨੇ, ਜਿਹੜੇ ਕੁਐਸਚਨ ਆਪਾਂ ਕਰਵਾਏ ਹੋਏ ਨੇ ਜਾਂ YouTube 'ਤੇ ਕਰਵਾਏ ਹੋਏ ਨੇ ਉਹਦੇ ਵਿੱਚੋਂ GK ਦੇ ਵਿੱਚ ਕੁਐਸਚਨ ਆ ਰਹੇ ਨੇ। ਠੀਕ ਆ, ਤੁਸੀਂ ਫ੍ਰੀ ਦੇ ਵਿੱਚ ਆਪਣੇ YouTube ਚੈਨਲ ਨੂੰ ਫੋਲੋ ਕਰ ਸਕਦੇ ਹੋ, ਉਹਦੇ ਉੱਤੇ GK ਕਰੰਟ ਅਫੇਅਰ ਪੂਰੇ ਸਾਲ ਦੇ 2022 ਦੇ ਕਰਾਏ ਹੋਏ, 2023 ਦੇ ਜਿਹੜੇ 2 ਮਹੀਨਿਆਂ ਦੇ ਕਰੰਟ ਅਫੇਅਰ ਪੈਂਡਿੰਗ ਪਏ ਨੇ, ਠੀਕ ਹੈ, ਜਨਵਰੀ ਅਤੇ ਫਰਵਰੀ, ਉਹ ਵੀ ਮੈਂ ਤੁਹਾਨੂੰ ਜਲਦੀ ਹੀ ਪ੍ਰੋਵਾਈਡ ਕਰਵਾ ਦੂੰਗਾ, ਕਿਉਂਕਿ ਥੋੜ੍ਹਾ ਬਹੁਤ ਕੰਮ ਮੇਰਾ ਚੱਲ ਰਿਹਾ ਵਾ PDF ਦੇ ਉੱਤੇ। ਰਾਤ ਨੂੰ ਜਿਵੇਂ ਹੀ ਮੈਂ ਘਰ ਆ ਕੇ ਥੋੜ੍ਹਾ ਬਹੁਤ ਟਾਈਮ ਮਿਲਦਾ, ਥੋੜ੍ਹਾ ਮੈਂ ਕੰਮ ਕਰ ਰਿਹਾ, ਦੈਨ ਉਹ ਵੀ ਤੁਹਾਨੂੰ ਫ੍ਰੀ ਆਫ ਕਾਸਟ ਹੀ ਤੁਹਾਨੂੰ ਕਰੰਟ ਅਫੇਅਰ ਦੀ PDF ਅਗਲੇ ਕੁਝ ਦਿਨਾਂ 'ਚ ਮਿਲ ਜਾਏਗੀ। ਦੈਨ ਜੇਕਰ ਤੁਸੀਂ ਪੇਡ ਟੈਸਟ ਸੀਰੀਜ਼ ਲੈਣਾ ਚਾਹੁੰਦੇ ਆ, ਇੱਕ ਪੇਡ ਟੈਸਟ ਸੀਰੀਜ਼ ਆਪਾਂ ਲਾਂਚ ਕੀਤੀ ਜਿਹਦਾ 200 ਰੁਪਏ ਪ੍ਰਾਈਸ ਸੀ, 500 ਕੁਐਸਚਨ ਇਹਦੇ ਵਿੱਚ ਤਿਆਰ ਕੀਤੇ ਨੇ ਆਪਾਂ, 10 ਟੈਸਟ ਹੋਣਗੇ ਇਹਦੇ, ਸਿਰਫ GK ਦੇ ਹੋਣਗੇ। ਮੈਂ ਫਿਰ ਤੋਂ ਕਹਿੰਦਾ GK ਦੇ ਟੈਸਟ ਹੋਣਗੇ, ਇਕੱਲੇ GK ਦੇ ਕੁਐਸਚਨ ਹੋਣਗੇ ਇਹਦੇ ਵਿੱਚ, GK ਤੇ ਪੰਜਾਬ GK 300 ਕੁਐਸਚਨ GK, ਪੰਜਾਬ GK ਦਾ 200 ਕੁਐਸਚਨ, ਇਹ ਤੁਸੀਂ ਲੈ ਸਕਦੇ ਹੋ। 150 ਰੁਪਏ ਇਹਦਾ ਪ੍ਰਾਈਸ ਆ। ਕੰਟੈਕਟ ਆ ਜੀ ਨੰਬਰ 7968629382, ਸਿਰਫ WhatsApp ਮੈਸੇਜ ਕਰਕੇ ਤੁਸੀਂ Google Pay Paytm ਇਸੇ ਨੰਬਰ ਦੇ ਉੱਤੇ 150 ਰੁਪਏ ਕਰਕੇ ਤੁਸੀਂ ਇਹਦੀ PDF ਬੁੱਕਲੈਟ ਲੈ ਸਕਦੇ ਹੋ। ਇਹਦੇ ਵਿੱਚੋਂ ਕੁਛ ਕੁਐਸਚਨ ਇਹੋ ਜਿਹੇ ਨੇ ਜਿਹਦੀ ਕਿ ਐਕਸਪਲੇਨੇਸ਼ਨ ਆਪਾਂ ਨਾਲ ਤਿਆਰ ਕੀਤੀ ਹੈ। ਬਾਇਲੈਂਗੁਅਲ ਹੋਣਗੇ ਜੀ ਇਹ, ਪੰਜਾਬੀ ਤੇ ਇੰਗਲਿਸ਼ ਦੋਨਾਂ ਲੈਂਗੁਏਜ ਦੇ ਵਿੱਚ ਤੁਹਾਨੂੰ ਇਹ ਆਪਣੇ ਜਿਹੜਾ ਆਪਣਾ ਟੈਸਟ ਹੋਣਗੇ, ਸਿਰਫ GK ਦੇ ਪ੍ਰਸ਼ਨ ਹੋਣਗੇ। ਬਾਕੀ ਨਹੀਂ ਵੀ ਲੈਣੇ ਤੁਸੀਂ, ਕੋਈ ਦਿੱਕਤ ਵਾਲੀ ਗੱਲ ਨਹੀਂ ਪਰਚੇਜ਼ ਕਰਨੇ ਨਾ ਕਰੋ, ਪਰ ਪਹਿਲਾਂ ਤੁਸੀਂ ਬੇਸਿਕ ਕਲੀਅਰ ਕਰੋ। ਜੇ ਤੁਹਾਨੂੰ ਲੱਗਦਾ ਕਿ ਹਾਂਜੀ ਕੁਐਸਚਨ ਤੁਸੀਂ ਪ੍ਰੈਕਟਿਸ ਕਰਨੀਆਂ ਤਾਂ ਤੁਸੀਂ ਕਰ ਸਕਦੇ ਹੋ ਇਹਦੇ ਵਿੱਚ। ਠੀਕ ਹੈ ਜੀ, ਸੋ ਹੁਣ ਅੱਗੇ ਆਪਣੀਆਂ ਹੁਣ YouTube ਦੇ ਉੱਤੇ ਕਿਹੜੀਆਂ ਕਲਾਸਾਂ ਹੋਣਗੀਆਂ, 2 ਕਲਾਸਾਂ ਦਾ, ਇੱਕ ਤਾਂ ਜਨਵਰੀ ਅਤੇ ਫਰਵਰੀ ਮਹੀਨੇ ਦੀ ਆਪਣੀ ਜਿਹੜੀ ਕਰੰਟ ਅਫੇਅਰ ਪੈਂਡਿੰਗ ਹੈ ਇਹਦੀ YouTube 'ਤੇ ਕਲਾਸ ਕਰਕੇ ਨਾਲ ਹੀ ਤੁਹਾਨੂੰ PDF ਮਿਲ ਜਾਏਗੀ। ਠੀਕ ਆ, ਹੁਣ ਨੈਕਸਟ ਆਪਣਾ ਟੈਲੀਗ੍ਰਾਮ ਦੇ ਉੱਤੇ ਮੈਂ ਵੀਕਲੀ ਟੈਸਟ ਸ਼ੁਰੂ ਕੀਤਾ। ਜਨਵਰੀ ਦੇ 50 ਕੁਐਸਚਨ ਕਰੰਟ ਅਫੇਅਰ ਆਪਾਂ ਟੈਲੀਗ੍ਰਾਮ 'ਤੇ ਕਰਵਾ ਦਿੱਤੇ ਨੇ। ਫਰਵਰੀ ਦੇ ਵੀ ਇਸ ਟਾਈਮ ਦੇ ਉੱਤੇ ਆਪਾਂ 35 ਕੁਐਸਚਨ ਪਹਿਲੇ 2 ਹਫ਼ਤਿਆਂ ਦੇ ਕਰ ਚੁੱਕੇ ਹਾਂ, ਇਹ ਟੈਸਟ ਦੇ ਵਿੱਚ ਕੀਤੇ ਨੇ ਆਪਾਂ। ਬਾਕੀ ਦੇ ਫਰਵਰੀ ਦੇ ਕੁਐਸਚਨ ਵੀ ਆਪਾਂ ਕਰਾਂਗੇ, PDF ਵੀ ਮਿਲੇਗੀ ਤੁਹਾਨੂੰ, ਸਾਰਾ ਕੁਝ ਮਿਲੇਗਾ। ਦੈਨ GK ਕਾਫੀ ਹੱਦ ਤੱਕ ਆਪਾਂ ਕਰਵਾਈ ਹੋਈ ਆ। ਬਾਕੀ ਥੋੜ੍ਹਾ ਬਹੁਤ ਜਿਵੇਂ ਹੀ ਮੇਰਾ ਮਤਲਬ ਕਿ ਸ਼ਡਿਊਲ ਥੋੜ੍ਹਾ ਜਿਹਾ ਵਧੀਆ ਹੁੰਦਾ ਵਾ, ਠੀਕ ਹੁੰਦਾ ਵਾ, ਮੈਨੂੰ ਟਾਈਮ ਮਿਲਣਾ ਸ਼ੁਰੂ ਹੁੰਦਾ ਵਾ, ਥੋੜ੍ਹੀ ਵੇਟ ਕਰੋ। ਦੈਨ ਆਪਾਂ ਪੰਜਾਬ ਪੁਲਿਸ ਹੋਇਆ, ਚਾਹੇ PSSB ਦਾ ਪਟਵਾਰੀ ਦਾ ਐਗਜ਼ਾਮ ਹੋਇਆ, ਉਹਦੇ ਲਈ ਆਪਾਂ ਜਿੰਨਾ ਵੀ ਹੈਲਪ ਹੋ ਸਕੇਗੀ, ਕਿਸੇ ਹੋਰ ਸਬਜੈਕਟ ਦੇ ਵਿੱਚ ਵੀ, ਜਾਂ ਆਪਣਾ ਕੰਪਿਊਟਰ ਦਾ ਤੁਸੀਂ ਕਰ ਰਹੇ ਹੋ ਪੋਜ਼ਿਟਿਵ ਵਾਈਜ਼, ਪੰਜਾਬੀ ਗ੍ਰਾਮਰ ਨੂੰ ਲੈ ਕੇ ਬਹੁਤ ਜ਼ਿਆਦਾ ਮੈਸੇਜ ਆ ਰਹੇ ਨੇ, ਜਾਂ ਕਿਸੇ ਹੋਰ ਸਬਜੈਕਟ ਰੀਜ਼ਨਿੰਗ ਨੂੰ ਲੈ ਕੇ, ਜਿਹੜੇ ਸਬਜੈਕਟ ਕਿ ਮੈਨੂੰ ਲੱਗਦਾ ਕਿ ਹਾਂਜੀ ਮੈਂ ਕਰਵਾ ਸਕਦਾ ਵਾਂ, ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਕੋਸ਼ਿਸ਼ ਕਰਾਂਗਾ ਕਿ ਕਰਵਾਵਾਂ। ਬਟ ਫਿਲਹਾਲ ਜਿਹੜਾ ਸਬਜੈਕਟ ਇਸ ਟਾਈਮ ਦੇ ਉੱਤੇ ਮੈਨੂੰ ਲੱਗਦਾ ਕਿ ਮੈਂ ਤੁਹਾਨੂੰ ਕਰਵਾ ਸਕਦਾ, GK ਕਰਵਾ ਸਕਦਾ ਸੀ, ਪੰਜਾਬ GK ਕਰਵਾ ਸਕਦਾ ਸੀ, ਇਹ ਆਪਾਂ ਕਰਵਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਅੱਗੇ ਤੁਹਾਨੂੰ ਜੇਕਰ ਆਪਣਾ ਚੈਨਲ ਵਧੀਆ ਲੱਗੇ ਤਾਂ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ, ਅੱਗੇ ਕੰਟੈਂਟ ਸ਼ੇਅਰ ਕਰ ਸਕਦੇ ਹੋ, ਤਾਂ ਕਿ ਕਿਸੇ ਗਰੀਬ ਬੱਚੇ ਤੱਕ ਜਿਹੜੇ ਕਿ ਮਤਲਬ ਕਿ ਬੁੱਕਸ ਵਗੈਰਾ ਨਹੀਂ ਪਰਚੇਜ਼ ਕਰ ਸਕਦੇਗੇ, ਜਾਂ ਆਪਣਾ ਮਹਿੰਗੇ ਕੋਰਸ ਨਹੀਂ ਲੈ ਸਕਦੇ, ਉਹ ਫ੍ਰੀ ਆਫ ਕਾਸਟ ਤਿਆਰੀ ਕਰ ਸਕਦੇ ਆ। ਦੈਨ ਫਾਇਦਾ ਤੁਹਾਨੂੰ ਮਿਲ ਗਿਆ। ਬਾਕੀ ਟਾਈਪਿੰਗ ਦੀ ਤਿਆਰੀ ਲਈ ਮੈਂ ਵੀਡੀਓਜ਼ ਬਣਾਈਆਂ ਹੋਈਆਂ ਨੇ, ਉਹ ਵੀ ਤੁਸੀਂ ਕਰ ਸਕਦੇ ਹੋ। ਇੱਕ ਅਲੱਗ ਤੋਂ ਟਾਈਪਿੰਗ ਦੀ ਵੀ ਮੈਂ ਵੀਡੀਓ ਬਣਾ ਦਾਂਗਾ ਜੇਕਰ ਤੁਸੀਂ ਕਹੋ ਤਾਂ। ਦੈਨ ਠੀਕ ਹੈ ਜੀ, ਬਹੁਤ ਧੰਨਵਾਦ ਜਿਹੜਾ ਤੁਸੀਂ ਮੈਨੂੰ ਸ਼ੁਭਕਾਮਨਾਵਾਂ ਦਿੱਤੀਆਂ, ਮਤਲਬ ਕੰਗਰੈਚੂਲੇਟ ਕੀਤਾ, ਮੁਬਾਰਕਾਂ ਦਿੱਤੀਆਂ ਕਿ ਹਾਂਜੀ ਪੇਪਰ ਕਲੀਅਰ ਹੋਏ ਤੋਂ ਬਾਅਦ ਮੇਰੀ ਗੌਰਮੈਂਟ ਜੋਬ ਦੀ, ਪੰਜਾਬ ਗੌਰਮੈਂਟ ਜੋਬ ਦੀ ਜੁਆਇਨਿੰਗ ਹੋਈ, ਪਹਿਲੀ ਜੋਬ ਸੀਗੀ ਮੇਰੀ, ਹੈ ਨਾ। ਦੈਨ ਉਹਦੇ ਲਈ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਵਾਂ। ਦੈਨ ਤੁਸੀਂ ਇੰਨਾ
ਮਤਲਬ ਕਿ ਪਿਆਰ ਦਿੱਤਾ ਆਪਣੇ ਚੈਨਲ ਨੂੰ, ਖੁਦ ਮਤਲਬ ਸ਼ੇਅਰ ਕੀਤਾ ਆਪਣੇ ਚੈਨਲ ਦੇ ਕੰਟੈਂਟ ਨੂੰ, ਆਪਣੇ ਮਤਲਬ ਕਿ ਦੋਸਤਾਂ ਤੱਕ ਪਹੁੰਚਾਇਆ, ਉਹਦੇ ਲਈ ਆਪਾਂ ਤੁਹਾਡਾ ਧੰਨਵਾਦ ਕਰਦੇ ਹਾਂ। ਅੱਗੇ ਵੀ ਜਿਵੇਂ ਜਿਵੇਂ ਹੀ ਜਿੰਨਾ ਵੀ ਆਪਣੇ ਤੋਂ ਚੈਨਲ ਤੋਂ ਹੋਏਗਾ ਆਪਾਂ ਤੁਹਾਡੀ ਮਤਲਬ ਹੈਲਪ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਠੀਕ ਹੈ ਜੀ, ਧੰਨਵਾਦ। ਮਿਲਦੇ ਹਾਂ ਹੁਣ ਆਪਾਂ ਜਨਵਰੀ ਫਰਵਰੀ ਮਹੀਨੇ ਦੇ ਕਰੰਟ ਅਫੇਅਰ ਲੈ ਕੇ ਆਉਣ ਵਾਲੇ ਕੁਝ ਦਿਨਾਂ 'ਚ। ਧੰਨਵਾਦ ਜੀ। ਚੈਨਲ ਨੂੰ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੀ।